ਤਾਕ ਪਛਾਣੈ ਸੋ ਪੰਡਤ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਜੁਗੋ ਜੁਗ ਅਟਲ। ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਾਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਬੰਦਗੀ ਅਸਥਾਨਾਂ 'ਤੇ ਅੰਮ੍ਰਿਤ ਵੇਲੇ ਦੇ ਸਮੇਂ ਤੋਂ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਗੁਰ ਅਸਥਾਨਾਂ ਦੀ ਯਾਤਰਾ ਕਰਕੇ ਦਰਸ਼ਨ ਦੀਦਾਰੇ ਸੇਵਾਵਾਂ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਸਾਹਿਬਾਂ ਨੇ ਸਾਨੂੰ ਬੜਾ ਹੀ ਸੁਹਾਵਣਾ ਮੌਕਾ ਬਖਸ਼ਿਆ ਹੈ। ਇਹ ਜੋ ਸਤ ਸੰਗਤ ਹੈ ਇਹ ਇੱਕ ਮੌਕਾ ਹੈ। ਇਹ ਸੁਨਹਿਰੀ ਪਲ ਨੇ ਆਪਣੇ ਜੀਵਨ ਨੂੰ ਸਵਾਰਨਾ, ਗੁਰਾਂ ਦਾ ਬਚਨ ਸੁਣਨਾ, ਮੰਨਣਾ ਅਤੇ ਕਮਾਉਣਾ। ਇਹ ਸਮੇਂ ਦੀ ਦਾਤ ਸਾਹਿਬਾਂ ਨੇ ਸਾਨੂੰ ਬਖਸ਼ੀ ਹੈ। ਅੰਮ੍ਰਿਤ ਵੇਲੇ ਤੋਂ ਹੀ ਗੁਰਸਿੱਖ ਰੂਹਾਂ, ਕੋਈ ਗੁਰਬਾਣੀ ਦੇ ਪਾਠ ਸਰਵਣ ਕਰ ਗਿਆ, ਕੋਈ ਕੀਰਤਨ ਸਰਵਣ ਕਰ ਰਿਹਾ, ਸਰੀਰ ਕਰਕੇ ਸੇਵਾਵਾਂ ਕਰਦਿਆਂ ਕੋਈ ਗੁਰਬਾਣੀ ਪੜ੍ਹ ਰਿਹਾ ਹੈ। ਕਥਾ ਵਿਚਾਰ ਦਾ ਸਮਾਂ ਮਹਾਰਾਜ ਨੇ ਸਾਨੂੰ ਬਖਸ਼ਿਆ ਹੈ। ਆਓ ਇਸ ਸਮੇਂ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਨੂੰ ਪੜ੍ਹਨ ਸੁਣਨ ਵਿਚਾਰਨ ਦੇ ਵਿੱਚ ਲਾਈਏ। ਇਕਾਗਰਤਾ ਬਖਸ਼ੋ, ਰਸਨਾ ਕਰੋ ਪਵਿੱਤਰ। ਸਾਰੀ ਹੀ ਸੰਗਤ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹਲਾ ਤੀਜਾ। ਨਰ ਗੁਣ ਸਿਰ ਗੁਣ ਆਪੇ ਸੋਈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਅੰਗ 128 ਦੇ ਉੱਤੇ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਸੁਭਾਏਮਾਨ ਹੈ। 8 ਪਦਿਆਂ ਵਾਲੀ ਬਾਣੀ, ਅਸ਼ਟਪਦੀਆਂ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਆਪਾਂ ਸਰਵਣ ਕਰ ਰਹੇ ਹਾਂ। ਮਾਝ ਮਹੱਲਾ ਤੀਜਾ, ਮਾਝ ਰਾਗ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰ ਰਹੇ ਨੇ। ਜਿਵੇਂ ਪਿਛਲਾ ਸ਼ਬਦ ਕੱਲ੍ਹ ਆਪ ਜੀ ਨੇ ਸਰਵਣ ਕੀਤਾ, ਵੱਡੇ ਵੱਡੇ ਪੰਡਤ ਵਿਦਵਾਨ ਬੈਠੇ ਸੀ ਗੋਂਦਵਾਲ ਸਾਹਿਬ ਗੁਰਾਂ ਦੇ ਸਾਹਮਣੇ। ਉਹਨਾਂ ਨੂੰ ਮਹਾਰਾਜ ਨੇ ਕਿਹਾ ਵੀ ਆ ਕੋਈ ਪੰਡਤ ਪੁਣਾ, ਕੋਈ ਵਿੱਦਿਆ ਥੋੜ੍ਹਾ ਹੈ ਵੀ ਜਿਹੜੀ ਮਾਇਆ ਖਾਤਰ ਹੀ ਪੜ੍ਹਾਈ ਕੀਤੀ ਹੈ, ਵੀ ਮਾਇਆ ਹੀ ਪ੍ਰਯੋਜਨ ਹੈ। ਇਹ ਨਹੀਂ ਪੜ੍ਹਾਈ। ਨਾਮ ਜਪਣਾ, ਉਪਾਸਨਾ ਕਰਨਾ ਇਹ ਮੁੱਖ ਹੈ। ਫਿਰ ਉਹ ਪੰਡਤ ਸੀ, ਉਹਨਾਂ ਸਵਾਲ ਕੀਤਾ, ਕਹਿਣ ਲੱਗੇ ਮਹਾਰਾਜ ਤੁਸੀਂ ਕਹਿੰਦੇ ਹੋ ਵੀ ਉਪਾਸਨਾ ਕਰਨੀ ਚਾਹੀਦੀ ਹੈ, ਭਗਤੀ ਕਰਨੀ ਚਾਹੀਦੀ, ਫਿਰ ਇਹ ਦੱਸੋ ਵੀ ਇਹਦੇ ਵਿੱਚ ਵੀ 2 ਭੇਦ ਹਨ। ਉਹ ਭੇਦ ਕਿਹੜੇ ਨੇ? ਵੀ ਇੱਕ ਤਾਂ ਮਹਾਰਾਜ ਆਕਾਰਾਂ ਦੀ ਪੂਜਾ ਕਰਦੇ ਨੇ, ਜਿਹੜੇ ਆਕਾਰ ਦਿਖਦੇ ਹਨ ਉਹਨਾਂ ਦੀ ਭਗਤੀ ਕਰਦੇ ਨੇ। ਇੱਕ ਉਹ ਨੇ ਜਿਹੜੇ ਨਿਰਾਕਾਰ, ਜਿਹਦਾ ਕੋਈ ਆਕਾਰ ਨਹੀਂ, ਉਹਦੀ ਭਗਤੀ ਕਰਦੇ ਹਨ। ਤੁਸੀਂ ਮਹਾਰਾਜ ਕਿਹਦੇ ਉਪਾਸਕ ਹੋ, ਨਿਰਗੁਣ ਦੇ ਜਾਂ ਸਰਗੁਣ ਦੇ? ਤਾਂ ਉਹਨਾਂ ਕੋਲ ਸੁਣ ਕੇ ਸਤਿਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹਨ, ਨਰ ਗੁਣ ਸਰਗੁਣ ਆਪੇ ਸੋਈ। ਹਾਂ, ਨਿਰਗੁਣ ਸਰਗੁਣ ਆਪੇ ਸੋਈ। ਮਹਾਰਾਜ ਕਹਿੰਦੇ ਵੀ ਸੋਈ ਉਹ ਜੋ ਪਰਮੇਸ਼ਰ ਅਕਾਲ ਪੁਰਖ ਹੈ ਨਾ, ਉਹ ਵਾਹਿਗੁਰੂ ਆਪੇ ਹੀ ਨਿਰਗੁਣ ਸਰੂਪ ਹੈ ਅਤੇ ਉਹ ਵਾਹਿਗੁਰੂ ਆਪ ਹੀ ਸਰਗੁਣ ਸਰੂਪ ਹੈ। ਨਿਰਗੁਣ ਸਰੂਪ ਜੋ 3 ਗੁਣ ਨੇ ਮਾਇਆ ਦੇ, ਰਜੋ ਤਮੋ ਸਤੋ, ਉਹਨਾਂ 3 ਗੁਣਾਂ ਤੋਂ ਜਿਹੜਾ ਰਹਿਤ ਹੁੰਦਾ ਹੈ ਉਸ ਨੂੰ ਕਹਿੰਦੇ ਨਿਰੰਕਾਰ। ਤੋ ਨਿਰਾਕਾਰ ਜੋ ਸਰੂਪ ਹੈ ਪਰਮੇਸ਼ਰ ਦਾ, ਉਸੇ ਨੂੰ ਨਿਰਗੁਣ ਕਹਿੰਦੇ ਹਨ। ਅਤੇ ਜਿਹੜਾ ਮਾਇਆ ਸਬਲ ਹੋ ਕੇ
ਈਸ਼ਰ ਰੂਪ ਹੋ ਰਿਹਾ ਹੈ, ਸੰਸਾਰ ਦਾ ਪਸਾਰਾ ਰੂਪ ਹੋ ਰਿਹਾ ਏ, ਉਸੇ ਪਰਮੇਸ਼ਰ ਨੂੰ ਮਾਇਆ ਸਬਲ ਹੋਣ ਕਰਕੇ ਸਰਗੁਣ ਕਿਹਾ ਜਾਂਦਾ ਹੈ। ਜਾਂ ਜਦੋਂ ਉਹ ਵਾਹਿਗੁਰੂ ਨਿਰਗੁਣ ਸਰੂਪ ਦੇ ਵਿੱਚ ਹੁੰਦਾ ਹੈ ਉਦੋਂ ਬ੍ਰਹਮ ਕਹਾਉਂਦਾ ਹੈ, ਆਪਣੇ ਆਪ ਨੂੰ ਮਾਇਆ ਤੋਂ ਰਹਿਤ ਹੋਣ ਕਰਕੇ ਬ੍ਰਹਮ ਕਹਾਉਂਦਾ ਹੈ। ਜਦੋਂ ਉਹ ਮਾਇਆ ਸਬਲ ਹੁੰਦਾ ਹੈ ਸਰਗੁਣ ਰੂਪ ਦੇ ਵਿੱਚ, ਉਦੋਂ ਉਹ ਸਤਿਗੁਰੂ ਕਹਾਉਂਦਾ ਹੈ ਜਾਂ ਈਸ਼ਰ ਕਹਾਉਂਦਾ ਹੈ। ਅਸਲ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਹ ਗੁਪਤ ਰੂਪ ਵੀ ਅਤੇ ਪ੍ਰਗਟ ਰੂਪ ਵੀ ਪਰਮੇਸ਼ਰ ਦਾ ਆਪਣਾ ਹੀ ਹੈ। ਉਹਨੂੰ ਸਮਝਾਉਣ ਦੇ ਲਈ ਉਦਾਹਰਨ ਗੁਰਮੁਖ ਜਨ ਦਿੰਦੇ ਨੇ ਵੀ ਜਿਸ ਪ੍ਰਕਾਰ ਦੇ ਨਾਲ ਕਹਿੰਦੇ ਵੀ ਪਾਣੀ ਦੇ ਨਾਲ ਭਰੇ ਹੋਏ ਘੜੇ ਨੇ, ਉਹਨਾਂ ਦੇ ਵਿੱਚ ਸੂਰਜ ਦਾ ਜਿਹੜਾ ਪ੍ਰਤੀਬਿੰਬ ਪੈਂਦਾ ਹੈ, ਸੂਰਜ ਜਿਹੜਾ ਹੈ ਉਹ ਬਿੰਬ ਕਹਾਉਂਦਾ ਹੈ ਅਤੇ ਜਿਹਦਾ ਅੱਗੇ ਪਰਛਾਵਾਂ ਪਵੇ ਉਹਨੂੰ ਪ੍ਰਤੀਬਿੰਬ ਕਹਿੰਦੇ ਨੇ। ਸੂਰਜ ਤਾਂ ਇੱਕੋ ਹੀ ਹੈ, ਭਾਵੇਂ ਹਜ਼ਾਰਾਂ ਘੜੇ ਪਾਣੀ ਦੇ ਭਰੇ ਹੋਣ, ਪਰ ਸੂਰਜ ਦਾ ਜਿਹੜਾ ਬਿੰਬ ਹੈ ਉਹ ਇੱਕ ਹੀ ਹੈ। ਅਤੇ ਜਦੋਂ ਘੜਿਆਂ ਦੇ ਵਿੱਚ ਉਹਦਾ ਪ੍ਰਤੀਬਿੰਬ ਪੈਂਦਾ ਹੈ, ਅੱਗੇ ਉਹਦਾ ਅਕਸ਼ ਪੈਂਦਾ ਹੈ, ਉਹ ਅਨੇਕਾਂ ਹੀ ਵੱਖ-ਵੱਖ ਰੂਪ ਭਾਸਦਾ ਹੈ। ਇਸੇ ਪ੍ਰਕਾਰ ਜਿਹੜਾ ਪਰਮੇਸ਼ਰ ਹੈ ਉਹ ਕਹਿੰਦੇ ਵੀ ਇੱਕੋ ਹੀ ਹੈ। ਜਿਹੜੇ ਜੀਵ ਨੇ ਇਹਨਾਂ ਜੀਵਾਂ ਦੇ ਅੰਤਸ਼ਕਰ ਰੂਪੀ ਘੜੇ ਨੇ, ਇਹਦੇ ਵਿੱਚ ਜੋ ਕਈ ਤਰ੍ਹਾਂ ਦੀਆਂ ਕਾਮਨਾਵਾਂ ਨੇ, ਕਾਮਨਾ ਰੂਪੀ ਪਾਣੀ ਪਿਆ ਹੋਇਆ ਹੈ, ਅਤੇ ਜੋ ਪਰਮੇਸ਼ਰ ਦਾ ਪ੍ਰਤੀਬਿੰਬ ਹੈ, ਜੋ ਵਾਹਿਗੁਰੂ ਦਾ ਪ੍ਰਤੀਬਿੰਬ ਅਕਸ਼ ਪੈ ਰਿਹਾ ਹੈ, ਉਸ ਦੇ ਆਸਰੇ ਇਹ ਸਰੀਰ ਚੱਲਦੇ ਨੇ। ਬਿੰਬ ਇੱਕ ਹੀ ਹੈ, ਭਾਵ ਕਿ ਵਾਹਿਗੁਰੂ ਇੱਕ ਹੈ। ਪਰ ਜਦੋਂ ਉਹ ਮਾਇਆ ਸਬਲ ਹੋ ਜਾਂਦਾ ਹੈ ਉਦੋਂ ਕਹਿੰਦੇ ਵੀ ਉਹਦੇ ਕਈ ਰੂਪ ਅੱਗੇ ਦਿਖਦੇ ਹਨ। ਆਹ ਖੜਕਾ ਜਿਹਾ ਜੇ ਬੰਦ ਕਰਾ ਦਿਓ ਕੁਝ ਸਮਾਂ, ਇੱਥੇ ਕਿੱਥੇ ਹੋ ਰਿਹਾ। ਜਿਹੜਾ ਨਿਰਗੁਣ ਸਰੂਪ ਹੈ ਉਹ ਪਰਮੇਸ਼ਰ ਇੱਕ ਹੀ ਹੈ। ਉਹ ਜਦੋਂ ਮਾਇਆ ਸਬਲ ਹੁੰਦਾ ਹੈ, ਜੀਵਾਂ ਦੇ ਵਿੱਚ ਉਹਦਾ ਅਕਸ਼ ਪੈਂਦਾ ਹੈ, ਉਹ ਵੱਖ-ਵੱਖ ਭਾਸਦਾ ਹੈ। ਭਾਵ ਕਿ ਜਦੋਂ ਉਹ ਦਿਖਣ ਦੇ ਵਿੱਚ ਆਉਂਦਾ ਹੈ ਉਦੋਂ ਸਰਗੁਣ ਹੈ, ਜਦੋਂ ਉਹ ਦਿਖਦਾ ਨਹੀਂ ਹੈ ਉਹ ਨਿਰਗੁਣ ਸਰੂਪ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਪੰਡਤ ਜੀ ਨਿਰਗੁਣ ਅਤੇ ਸਰਗੁਣ ਉਹ ਪਰਮੇਸ਼ਰ ਆਪ ਹੀ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ। ਇਹ ਵੱਖ-ਵੱਖ ਨਾਮ ਪਏ ਹਨ, ਪਰ ਹੈ ਤਾਂ ਇੱਕੋ ਪਰਮੇਸ਼ਰ ਹੀ ਹੈ ਨਾ। ਹੈ ਤਾਂ ਬ੍ਰਹਮ ਹੀ ਹੈ, ਬ੍ਰਹਮ ਕਰਕੇ ਹੀ ਨਿਰਗੁਣ ਹੈ, ਬ੍ਰਹਮ ਕਰਕੇ ਹੀ ਸਰਗੁਣ ਸਰੂਪ ਹੈ। ਤਤ ਪਛਾਣੈ ਸੋ ਪੰਡਤ ਹੋਈ। ਤੇ ਜਿਹੜਾ ਇਸ ਗੱਲ ਨੂੰ, ਤੱਤ ਨੂੰ, ਸਿਧਾਂਤ ਨੂੰ ਪਛਾਣਦਾ ਹੈ, ਇਹ ਫਰਕ 'ਚ ਨਹੀਂ ਪੈਂਦਾ ਵੀ ਨਿਰਗੁਣ ਕੀ ਹੈ ਸਰਗੁਣ ਕੀ। ਜਿਹੜਾ ਇਹ ਵੇਖਦਾ ਵੀ ਪਿੱਛੇ ਜੋਤ ਤਾਂ ਇੱਕ ਹੀ ਹੈ, ਜਿਹੜਾ ਇਸ ਗੱਲ ਨੂੰ ਪਛਾਣ ਲੈਂਦਾ, ਜਿਹੜਾ ਇਸ ਗੱਲ ਨੂੰ ਬੁੱਝ ਲੈਂਦਾ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜਾ ਤੱਤ ਨੂੰ ਜਾਣਦਾ ਹੈ ਨਾ, ਅਸਲ ਵਿੱਚ ਪੰਡਤ ਉਹੀ ਹੈ, ਵਿਦਵਾਨ ਉਹੀ ਹੈ ਜਿਹੜਾ ਇਸ ਸਿਧਾਂਤ ਨੂੰ ਬੁੱਝਦਾ ਸਮਝਦਾ ਹੈ। ਇਕੱਲਾ ਸੰਸਾਰੀ ਕੋਈ ਵਿਦਿਆ ਪੜ੍ਹ ਲੈਣੀ, ਕੋਈ ਧਰਮ ਗ੍ਰੰਥਾਂ ਦੇ ਉੱਤੇ ਅਧਿਐਨ ਕਰ ਲੈਣਾ, ਉਹ ਪੰਡਤ ਨਹੀਂ ਹੈ, ਉਹ ਵਿਦਵਾਨ ਨਹੀਂ ਹੈ। ਵਿਦਵਾਨ ਉਹ ਹੈ ਜਿਹੜਾ ਨਿਰਗੁਣ ਅਤੇ ਸਰਗੁਣ ਨੂੰ ਇੱਕ ਰੂਪ ਕਰਕੇ ਜਾਣਦਾ ਹੈ। ਆਪ ਤਰੇ ਸਗਲੇ ਕੁਲ ਤਾਰੀ। ਤੇ ਫਿਰ ਉਹ ਪੁਰਖ ਆਪ ਵੀ ਤਰ ਜਾਂਦਾ ਹੈ ਸੰਸਾਰ ਤੋਂ, ਤੇ ਆਪਣੀਆਂ ਸਾਰੀਆਂ ਕੁਲਾਂ ਵੀ ਤਾਰ ਲੈਂਦਾ ਹੈ। ਭਾਵ ਆਪਣੀ ਵੀ ਕਲਿਆਣ ਕਰਦਾ ਤੇ ਆਪਣੇ ਟੱਬਰ ਕਬੀਲੇ ਦੀ ਵੀ ਕਲਿਆਣ ਕਰ ਲੈਂਦਾ ਹੈ। ਨਾਮ ਮਨ ਵਸਾਵਣਿਆ। ਜਿਹੜਾ ਹਰੀ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾਵਣਿਆ, ਵਸਾਉਣ ਹਾਰਾ ਹੁੰਦਾ ਹੈ। ਜਿਹਨੇ ਆਪਣੇ ਅੰਦਰ ਪਰਮੇਸ਼ਰ ਦਾ ਨਾਮ ਵਸਾ ਲਿਆ ਏ, ਜਿਹਨੇ ਆਪਣੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕਰ ਲਿਆ ਹੈ, ਉਹ ਪੁਰਖ ਆਪ ਵੀ ਤਰ ਗਿਆ, ਉਹਦੀਆਂ ਕੁਲਾਂ ਤਰ ਗਈਆਂ, ਆਪ ਤਰ ਗਿਆ, ਸਾਧ ਸੰਗਤ ਉਹਨਾਂ ਦੇ ਅੱਗੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਤਰ ਜਾਂਦੀਆਂ ਨੇ ਮਹਾਂਪੁਰਖ ਗੁਰਮੁਖਾਂ ਦੇ ਨਾਮ ਦੀ ਕਮਾਈ ਦਾ ਸਦਕਾ। ਸੋ ਇਸ ਕਰਕੇ ਨਾਮ ਦੀ ਮਹਾਨਤਾ ਹੋਈ ਨਾ, ਵੀ ਵੇਖੋ ਪਰਮੇਸ਼ਰ ਦਾ ਨਾਮ ਜਪਣ ਵਾਲੇ ਦੀ ਵੀ ਕਲਿਆਣ ਹੋ ਗਈ ਤੇ ਉਹਦੇ ਨਾਲ ਸੰਬੰਧਿਤ ਪਰਿਵਾਰ ਦੀ ਵੀ ਕਲਿਆਣ ਹੋ ਜਾਂਦੀ ਹੈ। ਵਾਰੀ ਜੀਓ ਵਾਰੀ। ਤੀਸਰੇ ਪਾਤਸ਼ਾਹ ਜੀ ਕਹਿੰਦੇ ਅਸੀਂ ਸਰੀਰ ਕਰਕੇ ਉਹਨਾਂ ਤੋਂ ਕੁਰਬਾਨ ਹਾਂ, ਮਨ ਕਰਕੇ ਵੀ ਉਹਨਾਂ ਤੋਂ ਅੰਤਸ਼ਕਰਨ ਕਰਕੇ ਬਲਹਾਰ ਜਾਂਦੇ ਹਾਂ ਜੀ। ਰਸ ਚੱਕ ਸਾਧ ਪਾਵਣਿਆ।
ਐ ਠਹਿਰਾ ਕੇ ਹਰ ਰਸ ਚਖ ਸਾਧ ਪਾਵਣਿਆ। ਕਹਿੰਦੇ ਵੀ ਕਿਹਨਾਂ ਤੋਂ ਬਲਹਾਰ ਹਾਂ, ਜਿਹੜੇ ਹਰੀ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਚਖਦੇ ਨੇ। ਚਖਣਾ ਕੀ ਹੁੰਦਾ? ਵੀ ਧਾਰਨ ਕਰਦੇ ਨੇ। ਜਿਹੜੇ ਹਰੀ ਵਾਹਿਗੁਰੂ ਦੇ ਨਾਮ ਰਸ ਨੂੰ ਕਹਿੰਦੇ ਵੀ ਧਾਰਨ ਕਰਦੇ ਹਨ, ਉਹ ਇਸ ਨਾਮ ਨੂੰ ਅੰਦਰ ਧਾਰਨ ਕਰਨ ਦਾ ਸਦਕਾ ਹਰੀ ਦੇ ਆਤਮਿਕ ਆਨੰਦ ਨੂੰ ਪਾ ਲੈਂਦੇ ਨੇ। ਆਤਮਿਕ ਤੌਰ ਤੇ ਉਹ ਆਨੰਦਿਤ ਹੋ ਜਾਂਦੇ ਹਨ। ਹਰ ਰਸ ਚਾਖੈ ਸੇ ਜਨ ਨਿਰਮਲ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਜਿਹੜੇ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਚੱਖਦੇ ਹਨ, ਭਾਵ ਕਿ ਜਿਹੜੇ ਵਾਹਿਗੁਰੂ ਦਾ ਨਾਮ ਆਪਣੇ ਅੰਦਰ ਧਾਰਨ ਕਰ ਲੈਂਦੇ ਨੇ, ਉਹ ਪੁਰਖ ਨਿਰਮਲ ਨੇ। ਨਿਰਮਲ ਤੋਂ ਭਾਵ ਉਹ ਉਜਲ ਹਨ, ਉਜਲ ਜੀਵਨ ਵਾਲੇ ਹਨ। ਉਹਨਾਂ ਨੂੰ ਵਿਕਾਰਾਂ ਦੀ, ਪਾਪਾਂ ਦੀ ਮੈਲ ਨਹੀਂ ਲੱਗਦੀ। ਨਿਰਮਲ ਨਾਮ ਧਿਆਵਣਿਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਉਹ ਸਦਾ ਹੀ ਨਿਰਮਲ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਜੋ ਨਾਮ ਹੈ, ਉਸ ਨਾਮ ਨੂੰ ਹੀ ਧਿਆਵਣਿਆ ਧਿਆਉਂਦੇ ਹਨ ਗੁਰਮੁਖ। ਜਾਂ ਉਹ ਨਿਰਮਲ ਉਜਲ ਕਿਵੇਂ ਹੋਏ ਨੇ? ਕਹਿੰਦੇ ਵੀ ਪਰਮੇਸ਼ਰ ਦਾ ਨਾਮ ਧਿਆਉਣ ਕਰਕੇ, ਵਾਹਿਗੁਰੂ ਦਾ ਨਾਮ ਜਪਦੇ ਨੇ, ਤੇ ਨਾਮ ਜਪਣ ਕਰਕੇ ਹੀ ਉਹ ਨਿਰਮਲ, ਨਾਮ ਜਪਣ ਕਰਕੇ ਹੀ ਉਜਲ ਨੇ। ਨਾਮ ਜਪਣ ਕਰਕੇ ਉਜਲ ਨਿਰਮਲ ਹੋਣ ਤੋਂ ਭਾਵ ਕੀ ਹੈ? ਵੀ ਸਾਧ ਸੰਗਤ ਜੀ, ਜਿਵੇਂ ਕਾਲੇ ਰੰਗ ਦੀ ਕੋਈ ਲੋਈ ਹੈ ਜਾਂ ਕੱਪੜਾ ਹੈ, ਸਾਬਣ ਨਾਲ ਧੋਈਏ ਤਾਂ ਉਹ ਸਾਫ਼ ਤਾਂ ਕਹਾਉਂਦਾ ਏ, ਪਰ ਉਹ ਉਜਲ ਨਹੀਂ ਨਾ ਕਹਾਵੇਗਾ। ਉਜਲ ਤਾਂ ਨਹੀਂ ਹੈ, ਕਿਉਂਕਿ ਰੰਗ ਉਹਦਾ ਕਾਲਾ ਹੈ। ਰੰਗ ਤਾਂ ਕਾਲਾ ਰਹੂਗਾ, ਸਾਫ਼ ਜ਼ਰੂਰ ਹੋ ਜਾਊਗਾ, ਪਰ ਜਿਹੜੇ ਨਾਮ ਜਪਦੇ ਨੇ ਉਹ ਉਜਲ ਹੁੰਦੇ ਨੇ। ਉਹ ਮੈਲ ਤੋਂ, ਕਾਲਖ ਤੋਂ ਰਹਿਤ ਨਿਰਮਲ ਹੁੰਦੇ ਨੇ। ਉਹ ਸ਼ੁੱਧ ਸਰੂਪ ਨੂੰ ਹੀ ਪ੍ਰਾਪਤ ਹੋ ਜਾਂਦੇ ਨੇ। ਜਿਹੜੇ ਹਰੀ ਵਾਹਿਗੁਰੂ ਦਾ ਨਾਮ ਧਿਆਉਂਦੇ ਹਨ, ਉਹੀ ਨੇਕ ਹਨ। ਉਹਨਾਂ ਦਾ ਜੀਵਨ ਨੇਕ ਹੈ, ਉਹਨਾਂ ਦਾ ਅੰਤਸ਼ਕਰਨ ਸਾਫ਼ ਹੈ, ਉਹਨਾਂ ਦਾ ਸਰੀਰ ਕੋਈ ਮਾੜੇ ਕਰਮ ਨਹੀਂ ਕਰਦਾ ਨਾਮ ਜਪਣ ਵਾਲਿਆਂ ਦਾ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਅਸਥਾਈ ਬਖਸ਼ਦੇ ਨੇ। ਇਹ ਰਹਾਉ ਦੇ ਵਿੱਚ ਕਹਿੰਦੇ ਜਿਹੜੇ ਨਾਮ ਜਪਦੇ, ਨਾਮ ਦਾ ਆਨੰਦ ਮਾਣਦੇ, ਉਹਨਾਂ ਤੋਂ ਅਸੀਂ ਸਦਕੇ ਹਾਂ, ਉਹਨਾਂ ਤੋਂ ਕੁਰਬਾਨ ਹਾਂ। ਵਿਸ਼ਰਾਮ ਦੇ ਕੇ ਬਖਸ਼ਿਸ਼ ਕਰਦੇ ਹਨ। ਕਰਮੀ ਜੋ ਸ਼ਬਦ ਵਿਚਾਰੇ। ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ। ਫਿਰ ਉਹ ਪੰਡਤ ਕਹਿਣ ਲੱਗੇ ਗੁਰੂ ਅਮਰਦਾਸ ਸਾਹਿਬ ਜੀ ਨੂੰ, ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਹੋ ਵੀ ਨਿਸ਼ਕਾਮ ਹੋਣਾ ਚਾਹੀਦਾ ਹੈ, ਵੀ ਕੋਈ ਕਾਮਨਾ ਨਾ ਰੱਖੇ, ਪਰ ਕੋਈ ਵੀ ਕਰਮ ਜਿਹੜਾ ਹੈ ਉਹ ਮਹਾਰਾਜ ਕੋਈ ਕਾਮਨਾ ਇੱਛਾ ਰੱਖੇ ਤੋਂ ਬਗੈਰ ਹੁੰਦਾ ਨਹੀਂ ਹੈ। ਤਾਂ ਉਹਦੇ ਬਾਰੇ ਦੱਸੋ ਵੀ ਫਿਰ ਨਿਹ ਕਰਮੀ ਕੌਣ ਹੋਇਆ, ਨਿਸ਼ਕਾਮ ਕਰਮ ਕਰਨ ਵਾਲਾ ਕੌਣ ਹੋਇਆ? ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਸੋ ਨਿਹ ਕਰਮੀ। ਕਹਿੰਦੇ ਭਾਈ ਇੱਕ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਰੱਖਣੀ ਹੈ, ਇੱਕ ਸੰਸਾਰ ਦੇ ਪਦਾਰਥਾਂ ਦੀ ਪ੍ਰਾਪਤੀ ਦੀ ਇੱਛਾ ਰੱਖਣੀ ਹੈ। ਜਿਹੜਾ ਪਰਮਾਰਥ ਦੀ ਇੱਛਾ ਰੱਖਦਾ ਹੈ ਨਾ, ਉਹ ਨਿਸ਼ਕਾਮੀ ਹੀ ਕਹਾਉਂਦਾ ਹੈ। ਜਿਹੜਾ ਵਾਹਿਗੁਰੂ ਦੀ ਕਾਮਨਾ ਕਰਦਾ, ਜਿਹੜਾ ਕੇਵਲ ਪਦਾਰਥਾਂ ਦੀ ਚਾਹਨਾ ਰੱਖਦਾ ਹੈ, ਉਹ ਕਹਿੰਦੇ ਵੀ ਸਕਾਮੀ ਕਹਾਉਂਦਾ ਹੈ। ਸੋ ਇਸ ਕਰਕੇ ਭਾਈ ਨਿਹਕਾਮੀ ਉਹੀ ਹੈ, ਨਿਸ਼ਕਾਮੀ ਉਹੀ ਹੈ ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੀ ਇੱਛਾ ਰੱਖੇ ਅਤੇ ਗੁਰੂ ਮਹਾਰਾਜ ਸਾਹਿਬ ਜੀ ਦਾ ਜੋ ਸ਼ਬਦ ਹੈ ਉਹਨੂੰ ਵਿਚਾਰੇ। ਗੁਰ ਜੋ ਸ਼ਬਦ ਵਿਚਾਰੇ, ਜਿਹੜਾ ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੀ ਵਿਚਾਰ ਕਰਦਾ ਹੈ, ਗੁਰੂ ਮਹਾਰਾਜ ਸਾਹਿਬ ਜੀ ਦੇ ਬਖਸ਼ੇ ਹੋਏ ਜਿਹੜਾ ਸਿਧਾਂਤ ਨੂੰ ਕਮਾਉਣ ਦੇ ਲਈ ਯਤਨ ਕਰਦਾ ਏ, ਉਹੀ ਮਹਾਰਾਜ ਕਹਿੰਦੇ ਵੀ ਨਿਸ਼ਕਾਮੀ ਹੈ। ਸਾਧ ਸੰਗਤ ਕਾਮਨਾ ਤੇ ਨਿਸ਼ਕਾਮੀ ਹੋਣਾ ਤੇ ਸਹਿਤ ਕਾਮਨਾ ਦੇ ਹੋਣਾ, ਇਹ ਦੋ ਤਰ੍ਹਾਂ ਦੀ ਵਿਚਾਰਧਾਰਾ ਹੀ ਮੰਨੀ ਜਾਂਦੀ ਹੈ। ਵੀ ਇੱਕ ਕੋਈ ਕਾਰਜ ਕਰਨਾ, ਜਿਵੇਂ ਕਿਸੇ ਦਾ ਭਲਾ ਕਰਤਾ, ਮਗਰ ਕੋਈ ਇੱਛਾ ਨਾ ਰੱਖੀ ਵੀ ਇਹਦੇ ਕੋਲੋਂ ਮੈਂ ਕੋਈ ਆਪਣੀ ਮਦਦ ਲਵਾਂਗਾ। ਅਤੇ ਦੂਸਰਾ ਇਹ ਹੈ ਵੀ ਇੱਕ ਤਾਂ ਕਿਸੇ ਦਾ ਭਲਾ ਵੀ ਕੀਤਾ, ਪਰ ਨਾਲ ਇੱਛਾ ਇਹ ਵੀ ਰੱਖੀ ਵੀ ਕੱਲ੍ਹ ਨੂੰ ਇਹਦੇ ਕੋਲ ਮੈਂ ਕੰਮ ਲਵਾਂਗਾ। ਇਹਨੂੰ ਕਹਿੰਦੇ ਨੇ ਕਾਮੀ ਤੇ ਨਿਸ਼ਕਾਮੀ। ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਜਿਹੜਾ ਸ਼ਬਦ ਦੀ ਵਿਚਾਰ ਕਰਦਾ ਹੈ ਨਾ, ਉਹ ਨਿਹਕਰਮੀ ਹੀ ਹੁੰਦਾ ਹੈ, ਨਿਸ਼ਕਾਮ ਕਰਮ ਕਰਨ ਵਾਲਾ ਹੀ ਹੁੰਦਾ ਹੈ, ਕਿਉਂਕਿ ਸ਼ਬਦ ਨਾਲ ਜੁੜਿਆ ਹੋਇਆ ਬਿਰਤੀ ਉੱਪਰ ਉੱਠੀ ਰਹਿੰਦੀ ਹੈ। ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਦੀ ਇੱਛਾ ਰੱਖਦਾ ਏ, ਉਹਦੀ ਪ੍ਰਾਪਤੀ ਦੀ ਜਿਹੜੀ ਇੱਛਾ ਹੈ
ਉਹ ਇੱਛਾ ਦੇ ਕਾਰਨ ਉਹ ਘਰ ਦੇ ਜਾਂ ਸੰਸਾਰ ਦੇ ਕੰਮ ਕਰਦਿਆਂ ਹੋਇਆਂ ਵੀ ਪਦਾਰਥਾਂ ਦੀਆਂ ਖਾਸ਼ਾਂ ਤੋਂ ਨਿਰਲੇਪ ਰਹਿੰਦਾ ਹੈ। ਇਸ ਕਰਕੇ ਜੋ ਗੁਰ ਸ਼ਬਦ ਦੀ ਵਿਚਾਰ ਕਰੇ, ਗੁਰਬਾਣੀ ਨੂੰ ਸੁਣੇ, ਪੜ੍ਹੇ, ਮੰਨੇ, ਕਮਾਏ, ਉਹ ਨਿਸ਼ਕਾਮੀ ਹੈ। ਅੰਤਰ ਤਤ ਗਿਆਨ ਹਉਮੈ ਮਾਰੇ। ਅੰਤਰ ਤਤ ਗਿਆਨ ਕਹਿੰਦੇ ਵੀ ਫਿਰ ਉਹ ਅੰਦਰ ਤਤ ਗਿਆਨ ਨੂੰ, ਤਤ ਕੀ ਹੁੰਦਾ ਵੀ ਯਥਾਰਥ ਗਿਆਨ, ਅਸਲੀਅਤ ਦੇ ਬਾਰੇ ਗਿਆਨ, ਜਿਹਨੂੰ ਬ੍ਰਹਮ ਦਾ ਗਿਆਨ ਕਹਿ ਦਿੰਦੇ ਵੀ ਪਰਮੇਸ਼ਰ ਦੇ ਸਰੂਪ ਨੂੰ ਜਾਣ ਲੈਣਾ, ਅੰਦਰ ਉਹਨਾਂ ਦੇ ਤਤ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਹਉਮੈ ਮਾਰੇ, ਜਿਹੜੇ ਆਪਣੇ ਅੰਦਰੋਂ ਗੁਰ ਸ਼ਬਦ ਦੁਆਰਾ ਹਉਮੈ ਹੰਗਤਾ ਮਮਤਾ ਨੂੰ ਮਾਰ ਲੈਂਦੇ ਨੇ, ਜਿਹੜੇ ਹਉਮੈ ਦੀ ਮੈਲ ਨੂੰ ਮੇਟਦੇ ਹਨ, ਮਹਾਰਾਜ ਕਹਿੰਦੇ ਵੀ ਉਹਨਾਂ ਦੇ ਅੰਦਰ ਤਤ ਗਿਆਨ, ਯਥਾਰਥ ਗਿਆਨ ਪ੍ਰਾਪਤ ਹੁੰਦਾ ਹੈ। ਨਾਮ ਪਦਾਰਥ ਨਾਉ ਨਿਤ ਪਾਏ। ਕਿਉਂਕਿ ਨਾਮ ਪਦਾਰਥ ਪ੍ਰਾਪਤ ਕਰਕੇ ਉਹ ਨੌ ਨਿਧ ਰੂਪ ਖਜ਼ਾਨੇ ਨੂੰ ਪਾ ਲੈਂਦੇ ਹਨ। ਨਾਮ ਪਦਾਰਥ ਨੌ ਨਿਧ ਪਾਏ। ਵਾਹਿਗੁਰੂ ਦਾ ਨਾਮ ਵੀ ਇੱਕ ਪਦਾਰਥ ਹੈ, ਤੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਪਦਾਰਥ ਮਿਲ ਗਿਆ, ਉਹਨਾਂ ਨੇ ਨਾਮ ਜਪ ਕੇ ਨੌ ਨਿਧ ਪਾਏ, ਨੌ ਨਿਧੀਆਂ ਰੂਪੀ ਖਜ਼ਾਨੇ ਪਾ ਲਏ ਹਨ। ਭਾਵ ਕਿ ਹਰ ਤਰ੍ਹਾਂ ਦੀ ਅਤੋਟਤਾ ਆ ਗਈ ਉਹਨਾਂ ਦੇ ਕੋਲ, ਸਭ ਖਜ਼ਾਨੇ, ਸਭ ਦੁਨੀਆ ਦੀ ਮਾਨੋ ਵੀ ਦੌਲਤ ਪਾ ਲਈ ਉਹਨਾਂ ਨੇ, ਕੋਈ ਪਿੱਛੇ ਗੱਲ ਰਹਿ ਹੀ ਨਹੀਂ ਗਈ। ਜਾਂ ਨੌ ਨਿਧੀਆਂ ਦੇ ਦੇਣ ਵਾਲਾ ਜਿਹੜਾ ਨਾਮ ਰੂਪੀ ਪਦਾਰਥ ਹੈ, ਉਹਨੂੰ ਪ੍ਰਾਪਤ ਕਰਦੇ ਨੇ। ਜਾਂ ਜਿਨ੍ਹਾਂ ਗੁਰਮੁਖਾਂ ਨੇ ਨਾਮ ਪਦਾਰਥ ਪ੍ਰਾਪਤ ਕਰ ਲਿਆ, ਉਹ ਸਮਝਦੇ ਆ ਵੀ ਸਾਨੂੰ ਨੌ ਨਿਧੀਆਂ ਹੀ ਮਿਲ ਗਈਆਂ ਨੇ। ਨਾਮ ਤੋਂ ਵੱਡੀ ਦਾਤ ਕੀ ਹੈ ਸੰਸਾਰ ਵਿੱਚ? ਨਾਮ ਨੂੰ ਪਾ ਕਰਕੇ ਸਮਝ ਲੈਂਦੇ ਵੀ ਸਾਰਾ ਕੁਝ ਹੀ ਸਾਨੂੰ ਮਿਲ ਗਿਆ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਨਾਮ ਦੇ ਵਿੱਚ ਹੀ ਸਭ ਕੁਝ ਹੈ। ਗੁਣ ਮੇਟ ਸੁਮਾਵਣਿਆ। ਤੇ ਨਾਮ ਜਪਦੇ ਨੇ ਗੁਰਮੁਖ, ਨਾਮ ਜਪਦਿਆਂ ਹੋਇਆਂ ਜਿਹੜੇ ਤ੍ਰੈ ਗੁਣ ਨੇ, ਜਿਹੜੇ ਤਿੰਨ ਗੁਣ ਹਨ, ਰਜੋ ਤਮੋ ਤੇ ਸਤੋ ਗੁਣ, ਇਹਨਾਂ ਤ੍ਰੈ ਗੁਣ, ਤਿੰਨਾਂ ਗੁਣਾਂ ਨੂੰ ਕਹਿੰਦੇ ਮੇਟ ਕੇ, ਇਹਨਾਂ ਦੀ ਜਿਹੜੀ ਪਕੜ ਹੈ ਇਹ ਆਪਣੇ ਅੰਦਰੋਂ ਦੂਰ ਕਰਕੇ, ਤ੍ਰੈ ਗੁਣ, ਤਿੰਨਾਂ ਗੁਣਾਂ ਦੀ ਪਕੜ ਨੂੰ ਦੂਰ ਕਰਕੇ ਵਾਹਿਗੁਰੂ ਦੇ ਸਰੂਪ ਵਿੱਚ ਹੀ ਸਮਾਵਣੇ ਉਹ ਸਮਾ ਜਾਂਦੇ, ਲੀਨ ਹੋ ਜਾਂਦੇ ਹਨ। ਹਉਮੈ ਕਰੈ ਨਹਿ ਕਰਮੀ ਨਾ ਹੋਵੈ। ਹਉਮੈ ਕਰੈ ਨਿਹ ਕਰਮੀ ਨਾ ਹੋਵੈ। ਫਿਰ ਦੂਜੇ ਪਾਸੇ ਮਹਾਰਾਜ ਕਹਿੰਦੇ ਉਹ ਪੁਰਖ ਹੈ ਜਿਹੜੇ ਹਉਮੈ ਕਰਦੇ ਹੈ, ਉਹ ਹਉਮੈ ਕਰਨ ਵਾਲੇ ਕਦੀ ਵੀ ਨਿਸ਼ਕਾਮੀ ਨਹੀਂ ਹੁੰਦੇ। ਉਹਨਾਂ ਦਾ ਮਗਰ ਕੋਈ ਨਾ ਕੋਈ ਸਵਾਰਥ ਹੈ। ਉਹੀ ਹਉਮੈ ਕਰਦੇ, ਮੈਂ ਆਹ ਕੀਤਾ, ਮੈਂ ਆਹ ਕੀਤਾ, ਹਉਮੈ ਕਰਦੇ ਨੇ, ਫੂੰ ਕਰਦੇ ਰਹਿੰਦੇ ਹਨ। ਹਉਮੈ ਕਰਨ ਵਾਲੇ ਪੁਰਖ ਕਦੀ ਵੀ ਨਿਹਕਰਮੀ ਨਿਸ਼ਕਾਮੀ ਨਹੀਂ ਹੋ ਸਕਦੇ, ਨਹੀਂ ਹੁੰਦੇ। ਜਾਂ ਹਉਮੈ ਕਰੇ, ਜਦੋਂ ਕਦੇ ਮਹਾਰਾਜ ਸਾਹਿਬ ਦੀ ਕਥਾ ਸਵੇਰੇ ਜਾਂ ਸ਼ਾਮ ਨੂੰ ਹੋਣੀ ਹੁੰਦੀ ਹੈ, ਖੜਕਾ ਦੜਕਾ ਕੰਮ ਸਾਰੇ ਕੋਈ ਉਦੋਂ ਹੀ ਚੇਤੇ ਆਉਂਦੇ ਆ ਵੀ ਉਹਨਾਂ ਨੂੰ ਕਹੋ ਭਾਈ ਅੰਦਰ ਦਰਬਾਰ 'ਚ ਖੜਕਾ ਹੁੰਦਾ, ਤੇ ਜਾਂ ਫਿਰ ਕਥਾ ਬੰਦ ਕਰ ਦਈਏ, ਫਿਰ ਵੀ ਤੁਹਾਡਾ ਕੰਮ ਜ਼ਰੂਰੀ ਆ ਵੀ ਖੜ ਕਰੀ ਜਾਂਦੇ ਅੱਗੋਂ ਪਿੱਛੋਂ। ਮਹਾਰਾਜ ਦੇ ਦਰਬਾਰ ਦਾ ਵੀ ਕੋਈ ਮਰਿਆਦਾ ਹੁੰਦੀ ਕਿ ਨਹੀਂ? ਪੜੋ ਫਿਰ। ਗੁਰ ਪ੍ਰਸਾਦੀ ਹਉਮੈ ਖੋਵੈ। ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਹਉਮੈ ਕਰੈ, ਜਿਹੜੇ ਹਉਮੈ ਦੇ ਹੰਕਾਰ ਦੇ ਸਹਿਤ ਕਰਮ ਕਰਦੇ ਨੇ, ਹੰਕਾਰ ਦੇ ਸਹਿਤ ਹੋ ਕੇ ਭਾਵੇਂ ਸੇਵਾ ਵੀ ਕਰਦੇ ਨੇ, ਪਰ ਉਹ ਕਦੀ ਵੀ ਨਿਹਕਰਮੀ ਨਿਸ਼ਕਾਮੀ ਨਹੀਂ ਹੋਵੇ ਹੁੰਦੇ, ਕਦੀ ਵੀ ਉਹ ਨਿਸ਼ਕਾਮੀ ਨਹੀਂ ਕਹਾ ਸਕਦੇ। ਪ੍ਰਸਾਦੀ ਹਉਮੈ ਖੋਵੈ। ਹਾਂ, ਜਿਨ੍ਹਾਂ ਦੇ ਗੁਰਾਂ ਦੀ ਕਿਰਪਾ ਹੋ ਜਾਵੇ ਨਾ, ਜਿਨ੍ਹਾਂ ਦੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਇਆ ਕਰ ਦੇਣ, ਹਉਮੈ ਖੋਵੈ, ਉਹਨਾਂ ਦੇ ਅੰਦਰੋਂ ਮਹਾਰਾਜ ਸਾਹਿਬ ਜੀ ਹੰਗਤਾ ਮਮਤਾ ਨੂੰ ਨਾਸ਼ ਕਰ ਦਿੰਦੇ ਨੇ। ਗੁਰਾਂ ਦੀ ਕਿਰਪਾ ਦੇ ਜਿਹੜੇ ਪਾਤਰ ਬਣੇ ਹਨ, ਉਹ ਆਪਣੀ ਹਉਮੈ ਨੂੰ ਮੇਟ ਲੈਂਦੇ, ਦੂਰ ਕਰ ਲੈਂਦੇ ਹਨ। ਵਿਵੇਕ ਸਦਾ ਆਪ ਵਿਚਾਰੀ। ਅੰਤਰ ਵਿਵੇਕ, ਜਿਨ੍ਹਾਂ ਦੇ ਅੰਦਰ ਵਿਵੇਕ ਗਿਆਨ ਹੈ, ਜਿਨ੍ਹਾਂ ਨੂੰ ਗਿਆਨ ਦੀ ਸੋਝੀ ਹੋਈ ਹੈ, ਉਹ ਕੀ ਕਰਦੇ ਹਨ ਵੀ ਸਦਾ ਗਿਆਨ ਕਰਕੇ ਹਉਮੈ ਦੀ ਮੈਲ ਤੋਂ ਰਹਿਤ ਹੋਏ ਰਹਿੰਦੇ ਨੇ, ਅਤੇ ਹਉਮੈ ਦੀ ਮੈਲ ਤੋਂ ਰਹਿਤ ਹੋ ਕੇ ਸਦਾ ਆਪ ਵਿਚਾਰੇ, ਉਹ ਸਦਾ ਆਪੇ ਦੀ ਵਿਚਾਰ ਪੜਚੋਲ ਕਰਦੇ ਨੇ। ਹੁਣ ਸਾਡਾ ਸੁਭਾਅ ਹੁੰਦਾ ਹੈ ਨਾ, ਅਸੀਂ ਹਮੇਸ਼ਾ ਦੂਜਿਆਂ ਬਾਰੇ ਵਿਚਾਰਾਂ ਜ਼ਿਆਦੀਆਂ ਕਰਦੇ ਹਾਂ, ਸਾਡੀ ਸਾਰੀ ਜ਼ਿੰਦਗੀ ਦੂਜਿਆਂ ਬਾਰੇ ਸੋਚਦਿਆਂ ਲੰਘ ਜਾਂਦੀ ਹੈ। ਉਹਨੇ ਐਂ ਕਰ ਦਿੱਤਾ, ਉਹਨੇ ਆਹ ਖਾ ਲਿਆ, ਉਹਨੇ ਆਹ ਬਣਾ ਲਿਆ,
ਫਲਾਣਾ ਇਦਾਂ ਕਰਦਾ। ਆਪਣੇ ਬਾਰੇ ਅਸੀਂ ਨਹੀਂ ਗੱਲ ਕਰਦੇ। ਜੇ ਸਭਾ ਦੇ ਵਿੱਚ 4 ਬੰਦਿਆਂ 'ਚ ਵੀ ਗੱਲ ਚੱਲੇਗੀ, ਉੱਥੇ ਵੀ ਦੂਜਿਆਂ ਦੇ ਬਾਰੇ ਹੀ ਚੱਲਦੀ ਹੈ। ਕਿਸੇ ਦੀ ਨਿੰਦਾ ਵਿੱਚ ਚੱਲਦੀ ਹੈ ਜਾਂ ਕਿਸੇ ਦੀ ਵਡਿਆਈ 'ਚ ਚੱਲਦੀ ਹੈ। ਜਿਹਦੇ ਕੋਲ ਕੋਈ ਲਾਭ ਹੋਵੇ ਉਹਦੀਆਂ ਵਡਿਆਈਆਂ ਕਰਦੇ ਹੈ, ਜਿਹਦੇ ਕੋਲ ਕੋਈ ਫਾਇਦਾ ਨਾ ਹੋਵੇ ਉਹਦੀ ਨਿੰਦਾ ਕਰਦੇ ਹੈ। ਪਰ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਵਿਚਾਰ ਤਾਂ ਆਪਣੀ ਕਰਨੀ ਹੈ। ਜੇ ਪੜਚੋਲ ਕਰਨੀ ਹੈ ਤਾਂ ਸਵੈ ਜੀਵਨ ਦੀ ਕਰੋ। ਜਿਹਨੂੰ ਬਾਬਾ ਫਰੀਦ ਜੀ ਨੇ ਕਿਹਾ ਹੈ, ਆਪਨੜੈ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਕਹਿੰਦੇ ਵੀ ਆਪਣੇ ਵੱਲ ਝਾਤੀ ਮਾਰ ਵੀ ਤੇਰੇ ਕਰਮ ਕੈਸੇ ਹਨ। ਹਰ ਵੇਲੇ ਦੂਜਿਆਂ ਦੇ ਉਂਗਲ ਨਾ ਚੁੱਕਿਆ ਕਰ। ਸੋ ਜਿਹੜੇ ਵਿਵੇਕੀ ਨੇ, ਵਿਵੇਕੀ ਤੋਂ ਭਾਵ ਜਿਹੜੇ ਵਿਚਾਰਵਾਨ ਹਨ, ਜਿਹੜੇ ਗਿਆਨੀ ਪੁਰਖ ਹਨ, ਉਹ ਆਪਣੇ ਜੀਵਨ ਦੀ ਵਿਚਾਰ ਕਰਦੇ ਨੇ। ਆਪਣੇ ਆਤਮੇ ਨੂੰ ਪਰਮਾਤਮਾ ਨਾਲ ਕਿਵੇਂ ਮੇਲਣਾ ਹੈ, ਇਸ ਦੀ ਵਿਚਾਰ ਕਰਦੇ ਹਨ ਸਦਾ। ਗੁਰ ਸ਼ਬਦੀ ਗੁਣ ਗਾਵਣਿਆ। ਗੁਰੂ ਮਹਾਰਾਜ ਸਾਹਿਬ ਦੇ ਸ਼ਬਦ ਦੀ ਕਮਾਈ ਕਰਦੇ ਨੇ ਤੇ ਗੁਰ ਸ਼ਬਦ ਦੀ ਕਮਾਈ ਕਰਦਿਆਂ ਹੋਇਆਂ ਵਾਹਿਗੁਰੂ ਦੇ ਗੁਣਾਂ ਨੂੰ ਗਾਵਣਿਆ ਗਾਉਣਾ ਕਰਦੇ ਗੁਣ ਗਾਉਣ ਵਾਲੇ ਬਣ ਜਾਂਦੇ ਹਨ। ਸੁਰ ਸਾਗਰ ਨਿਰਮਲ ਸੋਈ। ਹਰ ਸਾਰ ਵੱਖੋ ਵੱਖ ਪਾਠ ਕਰਨਾ। ਹਰ ਸਾਰ ਸਾਗਰ ਨਿਰਮਲ ਸੋਈ। ਜੋ ਹਰੀ ਵਾਹਿਗੁਰੂ ਹੈ, ਕਹਿੰਦੇ ਸਾਰ ਸਮੁੰਦਰ ਦੀ ਨੇ ਆਈ ਹੈ। ਪੰਡਤ ਸੀ ਨਾ, ਉਹ ਫੇਰ ਕਹਿਣ ਲੱਗੇ ਮਹਾਰਾਜ ਸਮੁੰਦਰ ਦੇ ਵਿੱਚ ਤਾਂ ਖਾਰਾਪਣ ਹੁੰਦਾ ਹੈ, ਜਿਹੜਾ ਸਾਗਰ ਹੈ ਉਹਦੇ ਖਾਰਾ ਹੁੰਦਾ ਏ, ਤੇ ਫਿਰ ਹਰੀ ਕੈਸਾ ਏ? ਮਹਾਰਾਜ ਕਹਿੰਦੇ ਵੀ ਹੈ ਤਾਂ ਹਰੀ ਸਮੁੰਦਰ ਹੀ ਹੈ, ਪਰ ਨਿਰਮਲ ਸੋਈ। ਉਹ ਹਰੀ ਵਾਹਿਗੁਰੂ ਨਿਰਮਲ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਵਿਕਾਰਾਂ ਦੀ ਮੈਲ ਨਹੀਂ ਹੈ, ਖਾਰਾਪਨ ਨਹੀਂ ਹੈ ਪਰਮੇਸ਼ਰ ਦੇ ਵਿੱਚ। ਕਿਉਂਕਿ ਪ੍ਰਮਾਣ ਇੱਕ ਅੰਗੀ ਹੁੰਦਾ। ਸਮੁੰਦਰ ਦੀ ਵਿਸ਼ਾਲਤਾ ਤੋਂ ਪ੍ਰਮਾਣ ਲਿਆ ਕੇਵਲ ਵੀ ਹਰੀ ਸਮੁੰਦਰ ਹੈ, ਪਰ ਉਹਦਾ ਖਾਰਾਪਣ ਜਿਹੜਾ ਹੈ ਉਸ ਤੋਂ ਰਹਿਤ ਹੋਣ ਕਰਕੇ ਵਾਹਿਗੁਰੂ ਨਿਰਮਲ ਹੈ। ਜਾਂ ਦੂਸਰਾ ਭਾਵ ਹੈ ਵੀ ਨਿਰਮਲ ਸੋਈ। ਸੋਈ ਉਹ ਜੋ ਨਿਰਮਲ ਸ਼ੁੱਧ ਸਰੂਪ ਹਰੀ ਵਾਹਿਗੁਰੂ ਹੈ। ਹਰ ਸਾਰ ਉਹ ਹਰੀ ਵਾਹਿਗੁਰੂ ਜਿਹੜਾ ਹੈ ਨਾ, ਉਹ ਆਪ ਹੀ ਕਹਿੰਦੇ ਸਾਰ ਸਮੁੰਦਰ ਹੈ, ਤੇ ਸਾਗਰ ਤੋਂ ਭਾਵ ਆਪ ਹੀ ਮਹਾਸਾਗਰ ਹੈ। ਜਾਂ ਹਰੀ ਵਾਹਿਗੁਰੂ ਆਪ ਹੀ ਸਾਗਰ ਕੀ ਹੈ? ਆਪ ਹੀ ਪਰਮੇਸ਼ਰ ਸਤ ਸੰਗਤ ਰੂਪੀ ਸਾਗਰ ਮਾਨ ਸਰੋਵਰ ਦੇ ਸਰ ਦਾ ਅਰਥ ਹੋ ਗਿਆ ਸਦਰਸ਼ ਹੈ। ਪਰਮੇਸ਼ਰ ਹਰੀ ਵਾਹਿਗੁਰੂ ਹੀ ਆਪ ਹੀ ਮਾਨ ਸਰੋਵਰ ਸਤ ਸੰਗਤ ਦੇ ਸਦਰਸ਼ ਹੈ, ਫਿਰ ਨਿਰਮਲ ਹੈ ਤੇ ਸ਼ੁੱਧ ਹੈ। ਸੰਤ ਚੁਗਹਿ ਨਿਤ ਗੁਰਮੁਖ ਹੋਈ। ਤੇ ਜਿਹੜੇ ਸੰਤ ਜਨ ਹਨ ਉਹ ਚੁਗੇ ਚੁਗਦੇ ਨੇ ਨੇਤੀ ਗੁਰਮੁਖ ਹੋ ਕੇ। ਇੱਥੇ ਮਹਾਰਾਜ ਨੇ ਕੁਝ ਲੁਬਤੀਆਂ ਰੱਖੀਆਂ। ਲੁਬਤ ਹੁੰਦਾ ਹੈ ਵੀ ਜਿਵੇਂ ਚੁਗਣ ਦੀ ਗੱਲ ਕਹਿ ਦਿੱਤੀ ਤੇ ਇਹਦੇ ਵਿੱਚੋਂ ਲੁਬਤ ਗੁਪਤ ਅਰਥ ਨਿਕਲੇਗਾ। ਚੁਗਣਾ ਕੀ ਹੈ? ਜਿਵੇਂ ਹੰਸ ਮੋਤੀ ਚੁਗਦੇ ਨੇ, ਤੇ ਜਿਹੜੇ ਸੰਤ ਨੇ ਉਹ ਹੰਸ ਹਨ। ਜਿਵੇਂ ਹੰਸ ਉਜਲ ਹੁੰਦੇ ਨੇ, ਐਵੇਂ ਸੰਤ ਉਜਲ ਜੀਵਨ ਵਾਲੇ ਨੇ। ਸੰਤ ਚੁਗ ਹੈ ਨਿਤ। ਸੰਤ ਜਨ ਜਿਹੜੇ ਹਨ ਸਦਾ ਹੀ ਨਿਤ ਹੀ ਉਹ ਹਰੀ ਰੂਪੀ ਸਤ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚੋਂ ਆ ਕਰਕੇ ਨਾਮ ਰੂਪੀ ਮੁਕਤੀ ਰੂਪੀ ਗਿਆਨ ਰੂਪੀ ਮੋਤੀਆਂ ਨੂੰ ਚੁਗਦੇ ਹਨ। ਚੁਗਦੇ ਕਿਵੇਂ ਨੇ? ਗੁਰਮੁਖ ਹੋਈ, ਸਦਾ ਗੁਰੂ ਦੇ ਸਨਮੁਖ ਹੋ ਕੇ, ਗੁਰਾਂ ਦੇ ਅਨੁਸਾਰੀ ਹੋ ਕੇ ਸੰਤ ਰੂਪੀ ਹੰਸ ਸਾਧ ਸੰਗਤ ਰੂਪੀ ਮਾਨ ਸਰੋਵਰ ਦੇ ਵਿੱਚੋਂ ਨਾਮ ਰੂਪੀ ਮੁਕਤੀ ਰੂਪੀ ਮੋਤੀ ਚੁਗਦੇ ਨੇ। ਜਿਵੇਂ ਹੰਸ ਮਾਨ ਸਰੋਵਰ ਤੋਂ ਮੋਤੀ ਗ੍ਰਹਿਣ ਕਰਦੇ ਹਨ, ਇਸੇ ਤਰ੍ਹਾਂ ਸੰਤ ਭਗਤ ਜਿਹੜੇ ਗੁਰੂ ਦੀ ਆਗਿਆ 'ਚ ਚੱਲਦੇ ਨੇ ਉਹ ਸਾਧ ਸੰਗਤ ਦੇ ਵਿੱਚੋਂ ਗਿਆਨ ਪ੍ਰਾਪਤ ਕਰਦੇ ਨੇ, ਨਾਮ ਪ੍ਰਾਪਤ ਕਰਦੇ ਨੇ, ਮੁਕਤੀ ਦੀ ਦਾਤ ਪ੍ਰਾਪਤ ਕਰਦੇ ਹਨ। ਨਿਤ ਇਸ਼ਨਾਨ ਕਰਹਿ ਸਦਾ ਦਿਨ ਰਾਤੀ। ਫਿਰ ਇਸ਼ਨਾਨ ਕਰਹਿ ਸਦਾ ਦਿਨ ਰਾਤੀ। ਤੇ ਕਹਿੰਦੇ ਵੀ ਉਹ ਜਿਹੜੇ ਸੰਤ ਰੂਪੀ ਹੰਸ ਨੇ ਗੁਰਸਿੱਖ ਪਿਆਰੇ, ਉਹ ਜਿੱਥੇ ਇੱਥੇ ਨਾਮ ਦੇ ਮੋਤੀਆਂ ਨੂੰ ਚੁਗਦੇ ਹਨ, ਬਾਣੀ ਸੁਣਨ ਰੂਪੀ ਮੋਤੀਆਂ ਨੂੰ ਚੁਗਦੇ ਨੇ, ਉੱਥੇ ਬਾਣੀ ਦਾ ਸਿਧਾਂਤ ਸਮਝਣ ਰੂਪੀ ਸਾਧ ਸੰਗਤ ਦੇ ਵਿੱਚ ਇਸ਼ਨਾਨ ਵੀ ਕਰਦੇ ਹਨ। ਆਪਣੇ ਮਨ ਦਾ ਇਸ਼ਨਾਨ ਕਰਾਉਂਦੇ ਨੇ ਗੁਰਾਂ ਦੀ ਬਾਣੀ ਸਰਵਣ ਮੰਨਣ ਤੇ ਨਿਧਿਆਸਨ ਕਰ ਰੂਪੀ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਜਿਹੜਾ ਸੁਣਨਾ ਹੈ ਉਪਦੇਸ਼, ਮੰਨਣਾ ਹੈ ਤੇ ਕਮਾਉਣਾ ਹੈ,
ਇਹ ਅੰਤਰਾਤਮੇ ਤੀਰਥ ਹੀ ਹੈ, ਇਹਦੇ ਵਿੱਚ ਇਸ਼ਨਾਨ ਹੀ ਕਰੀਦਾ ਹੈ। ਸੋ ਇਵੇਂ ਗੁਰਮੁਖ ਜਨ ਸਾਧ ਸੰਗਤ ਵਿੱਚ ਬਾਣੀ ਦਾ ਸਿਧਾਂਤ ਸਮਝਣ ਰੂਪੀ ਜਾਂ ਆਪਣੇ ਮਨ ਨੂੰ ਗੁਰਬਾਣੀ 'ਚ ਜੋੜਨ ਰੂਪੀ ਇਸ਼ਨਾਨ ਕਰਦੇ ਹਨ ਸਦਾ ਹੀ ਰਾਤ ਦਿਨ। ਜਾਂ ਕਹਿੰਦੇ ਵੀ ਜਿਹੜੇ ਸਾਧ ਸੰਗਤ ਦੇ ਵਿੱਚ ਮਨ ਦਾ ਇਸ਼ਨਾਨ ਕਰਾਉਂਦੇ ਨੇ ਉਹਨਾਂ ਨੂੰ ਅਵਿਦਿਆ ਰੂਪੀ ਰਾਤ ਤੋਂ ਗਿਆਨ ਰੂਪੀ ਦਿਨ ਚੜ੍ਹ ਆਉਂਦਾ ਹੈ। ਹਉਮੈ ਮੈਲ ਚੁਕਾਵਣਿਆ, ਜਿਹੜੀ ਉਹਨਾਂ ਦੇ ਅੰਦਰ ਹਉਮੈ ਹੰਗਤਾ ਸੀ ਤੇ ਰਾਗ ਦੁਆਹ ਦੀ ਜਿਹੜੀ ਮੈਲ ਸੀ ਉਹ ਸਤਿਗੁਰੂ ਸਾਹਿਬ ਆਪ ਹੀ ਚੁਕਾਵਣਿਆ ਚੁਕਾ ਦਿੰਦੇ, ਦੂਰ ਕਰ ਦਿੰਦੇ ਹਨ। ਪ੍ਰੇਮ ਪਿਆਰ, ਜੋ ਸਤ ਸੰਗਤ ਕਰਦੇ ਨੇ ਉਹ ਨਿਰਮਲ ਹੰਸ ਨੇ, ਭਾਵ ਕਿ ਉਹ ਜਿਹੜੇ ਸੰਤੋ ਗੁਰਸਿੱਖ ਪਿਆਰੇ ਜੀਵ ਆਤਮਾ ਹੰਸ ਦੀ ਨਿਆਈ ਹਨ। ਜਿਹੜੇ ਸੰਗਤ ਕਰਦੇ ਆ ਨਿਰਮਲ ਹੋ ਗਏ ਨੇ, ਉਹਨਾਂ ਦਾ ਸਰੀਰ ਕਰਕੇ ਵੀ ਗੁਰੂ ਸਾਹਿਬ ਜੀ ਨਾਲ ਹੀ ਪ੍ਰੇਮ ਹੈ, ਮਨ ਕਰਕੇ ਵੀ ਮਹਾਰਾਜ ਸਾਹਿਬ ਦੀ ਬਾਣੀ ਨਾਲ ਹੀ ਉਹ ਪਿਆਰ ਹੈ। ਜਿਹੜੇ ਸਰੀਰ ਕਰਕੇ ਵੀ ਗੁਰਾਂ ਨਾਲ ਪ੍ਰੇਮ ਕਰਦੇ, ਮਨ ਕਰਕੇ ਗੁਰਾਂ ਦੀ ਬਾਣੀ ਨਾਲ ਜੋ ਪਿਆਰ ਕਰਦੇ ਹਨ ਉਹ ਨਿਰਮਲ ਪਾਪਾਂ ਦੀ ਮੈਲ ਤੋਂ ਰਹਿਤ ਨੇ ਅਤੇ ਉਜਲ ਹੰਸ ਦੀ ਨਿਆਈ ਹਨ ਉਹ ਜੀਵ। ਜਿਵੇਂ ਮਾਨ ਸਰੋਵਰ ਦੇ ਉੱਤੇ ਹੰਸ ਵਸਦਾ ਹੈ, ਇਸੇ ਤਰ੍ਹਾਂ ਗੁਰਮੁਖ ਸੰਤ ਭਗਤ ਹਰ ਸਾਰ ਪਾਠ ਵੱਖੋ ਵੱਖਰਾ ਹੀ ਕਰਨਾ। ਹਰ ਸਾਰ ਵਸੈ ਹਉਮੈ ਮਾਰ। ਉਹ ਕੀ ਕਰਦੇ ਆ ਵੀ ਸਤਿਗੁਰੂ ਮਹਾਰਾਜ ਹਰੀ ਪਰਮੇਸ਼ਰ ਦੀ ਜੋ ਸਤ ਸੰਗਤ ਰੂਪੀ ਮਾਨ ਸਰੋਵਰ ਹੈ, ਇਹ ਮਾਨ ਸਰੋਵਰ ਰੂਪੀ ਸਰੋਵਰ ਤੇ ਸਦਾ ਵਸਦੇ ਨੇ, ਭਾਵ ਸਦਾ ਹੀ ਸੰਗਤ ਵਿੱਚ ਨਿਵਾਸ ਰੱਖਦੇ ਨੇ। ਹਉਮੈ ਮਾਰ, ਤੇ ਗੁਰੂ ਸਾਹਿਬ ਜੀ ਉਹਨਾਂ ਦੇ ਅੰਦਰੋਂ ਹਉਮੈ ਹੰਗਤਾ ਮਮਤਾ ਨੂੰ ਮਾਰ ਦਿੰਦੇ ਨੇ, ਹਉਮੈ ਨੂੰ ਮੇਟ ਦਿੰਦੇ ਹਨ, ਜਿਹੜੇ ਸਾਧ ਸੰਗਤ ਰੂਪੀ ਸਰੋਵਰ 'ਚ ਰਹਿੰਦੇ ਹਨ। ਸ਼ਬਦ ਸਾਚੈ, ਆਹੇ ਨਿਸ ਪ੍ਰੀਤ ਸ਼ਬਦ ਸਾਚੈ। ਉਹਨਾਂ ਨਿਰਮਲ ਹੋਇਆਂ ਗੁਰਮੁਖਾਂ ਦੀ ਆਹੇ ਨਿਸ ਰਾਤ ਦੇਣੀ। ਇਹ ਨਾਮ ਦਿਨ ਦਾ ਤੇ ਨਿਸ ਨਾਮ ਰਾਤ ਦਾ ਹੈ। ਦਿਨ ਵੀ ਤੇ ਰਾਤ ਵੀ ਉਹਨਾਂ ਦੀ ਪ੍ਰੀਤੀ ਲੱਗੀ ਰਹਿੰਦੀ ਹੈ, ਪ੍ਰੀਤ ਲੱਗ ਜਾਣੀ। ਭਾਵ ਇਹ ਹੈ ਵੀ ਕਿਤੇ ਬੈਠੇ ਕਿਤੇ ਹੋਣਾ ਤੇ ਖਿਆਲ ਕਿਤੇ ਕਹਿੰਦੇ ਵੀ ਲੱਗ ਜਾਣਾ, ਤੇ ਜਿੱਥੇ ਖਿਆਲ ਲੱਗਾ ਹੈ ਨਾ ਉੱਧਰ ਜੁੜਿਆ ਹੀ ਰਹਿਣਾ। ਲਾਗੇ ਬੰਦਾ ਕਈ ਵਾਰ ਆ ਕੇ ਬਹਿ ਜਾਂਦਾ, ਵਹਿੰਦਾ ਰਹਿੰਦਾ, ਫਿਰ ਕਹਿੰਦਾ ਕਿੱਧਰ ਖਿਆਲ ਹੈ? ਉਹ ਇੱਕਦਮ ਕਹਿੰਦਾ ਵੀ ਧਿਆਨ ਹੀ ਨਹੀਂ ਰਿਹਾ ਵੀ ਤੁਸੀਂ ਆਏ ਸੀ। ਕਿਉਂ? ਉਹਨੂੰ ਸਰੀਰ ਦਾ ਜਾਂ ਨੇੜੇ ਤੇੜੇ ਦਾ ਧਿਆਨ ਨਹੀਂ, ਉਹਦਾ ਖਿਆਲ ਕਿਤੇ ਹੋਰ ਗਿਆ। ਇਸੇ ਤਰ੍ਹਾਂ ਜਿਨ੍ਹਾਂ ਦੀ ਰਾਤ ਦਿਨ ਵਾਹਿਗੁਰੂ 'ਚ ਪ੍ਰੀਤ ਹੈ, ਉਹਨਾਂ ਨੂੰ ਪਰਮੇਸ਼ਰ ਨਾਲ ਹੀ ਪ੍ਰੇਮ ਹੈ, ਬੈਠੇ ਉਹ ਕਿਤੇ ਵੀ ਹੋਣ, ਕਿਤੇ ਵੀ ਬੈਠੇ ਹਨ, ਭਾਵੇਂ ਉਹਨਾਂ ਦੇ ਲਾਗੇ ਬੰਨੇ ਕੋਈ ਮਨਮੁਖ ਵੀ ਬੈਠਾ ਹੈ, ਪਰ ਉਹਨਾਂ ਦਾ ਪਿਆਰ ਵਾਹਿਗੁਰੂ ਨਾਲ ਹੋਣ ਕਰਕੇ ਉਹਨਾਂ ਦਾ ਧਿਆਨ ਉੱਧਰ ਹੈ। ਜਿਹਨੂੰ ਦਸਵੇਂ ਪਾਤਸ਼ਾਹ ਨੇ ਕਿਹਾ ਨਾ, ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ। ਉਹ ਖਿਆਲ ਲਿਖਿਆ ਵੀ ਦਸਵੇਂ ਪਾਤਸ਼ਾਹ ਦਾ ਖਿਆਲ ਕੀ ਹੈ, ਇਹ ਪ੍ਰੀਤ ਹੈ ਮਹਾਰਾਜ ਸਾਹਿਬ ਜੀ ਦੀ। ਸੋ ਇਸ ਪ੍ਰਕਾਰ ਦੇ ਨਾਲ ਉਹ ਗੁਰਮੁਖ ਜਿਹੜੇ ਸਾਧ ਸੰਗਤ ਵਿੱਚ ਵਸਦੇ ਨੇ, ਮੈਲ ਤੋਂ ਰਹਿਤ ਹੋ ਗਏ ਨੇ, ਉਹਨਾਂ ਦੀ ਰਾਤ ਦਿਨ ਪ੍ਰੀਤ ਲੱਗੀ ਹੈ ਮਹਾਰਾਜ ਪਰਮੇਸ਼ਰ ਅਕਾਲ ਪੁਰਖ ਨਾਲ, ਤੇ ਸਦਾ ਹੀ ਸੱਚੇ ਸ਼ਬਦ ਦੇ ਨਾਲ ਜੁੜੇ ਰਹਿੰਦੇ ਤੇ ਸ਼ਬਦ ਦੀ ਕਮਾਈ ਕਰਦੇ ਹਨ। ਹਰ ਸਰ ਵਾਸਾ ਪਾਵਣਿਆ, ਤੇ ਜਿਹੜੇ ਸ਼ਬਦ ਸੱਚੇ ਨੂੰ ਵਿਚਾਰਦੇ ਨੇ ਗੁਰਬਾਣੀ ਨਾਲ, ਜਿਨ੍ਹਾਂ ਦਾ ਸਦਾ ਹੀ ਪਿਆਰ ਹੈ, ਉਹ ਹਰੀ ਰੂਪੀ ਮਾਨ ਸਰੋਵਰ ਦੇ ਵਿੱਚ ਵਾਸਾ ਪਾਵਣਿਆ ਪਾਉਣਾ ਕਰਦੇ ਨੇ। ਭਾਵ ਉਹ ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋ ਜਾਂਦੇ, ਸਦਾ ਹੀ ਸੰਗਤ ਕਰਦੇ ਨੇ ਜਿੰਨਾ ਚਿਰ ਸਰੀਰ ਹੈ। ਸਰੀਰ ਕਰਕੇ ਮਹਾਰਾਜ ਦੀ ਸਤ ਸੰਗਤ ਰੂਪੀ ਸਰੋਵਰ 'ਚ ਵਾਸਾ ਪਾਉਂਦੇ ਨੇ, ਫਿਰ ਹਰੀ ਦੇ ਵਿੱਚ ਹੀ ਲੀਨ ਹੋ ਜਾਂਦੇ ਜਦੋਂ ਸਰੀਰ ਤਿਆਗਦੇ ਹਨ। ਸਦਾ ਬਿੰਦੀ ਨਹੀਂ ਲਾਉਣੀ, ਮਨਮੁਖ ਸਦਾ ਬਗ ਮੈਲਾ। ਹੁਣ ਮਹਾਰਾਜ ਇਹਦੇ ਉਲਟ ਮਨਮੁਖ ਦੀ ਗੱਲ ਦੱਸਦੇ ਨੇ। ਇੱਕ ਤਾਂ ਗੁਰਮੁਖ ਨੇ ਜਿਹੜੇ ਹੰਸ ਨੇ, ਜਿਹੜੇ ਮਨਮੁਖ ਨੇ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਬਗਲਾ ਕਹਿੰਦੇ ਹਨ, ਕਿਉਂਕਿ ਜਿਹੜਾ ਬਗਲਾ ਹੈ ਨਾ, ਖੰਭ ਤਾਂ ਉਹਦੇ ਵੀ ਚਿੱਟੇ ਹੁੰਦੇ ਆ, ਖੰਭ ਤਾਂ ਉਹਦੇ ਵੀ ਚਿੱਟੇ ਹੀ ਨੇ, ਪਰ ਉਹਦੇ ਕਰਮ ਨਹੀਂ ਚਿੱਟੇ। ਇਸ ਕਰਕੇ ਪਖੰਡੀ ਜਾਂ ਮਨਮੁਖ ਦੀ ਜਦੋਂ ਵੀ ਉਦਾਹਰਨ ਦੇਣੀ, ਉਦੋਂ ਮਹਾਰਾਜ ਬਾਣੀ 'ਚ ਕਈ ਬਗਲਾ ਸ਼ਬਦ ਵਰਤਦੇ ਨੇ। ਕਹਿੰਦੇ ਜਿਹੜੇ ਮਨਮੁਖ ਪੁਰਖ ਨੇ, ਗੁਰੂ ਦਾ ਕਹਿਆ ਬਚਨ ਨਹੀਂ ਮੰਨਦੇ, ਜਿਨ੍ਹਾਂ ਨੂੰ ਗੁਰਬਾਣੀ ਨਾਲ ਨਹੀਂ ਕੋਈ ਮਤਬਲ, ਗੁਰੂ ਸਾਹਿਬ ਦੀ ਮਰਿਆਦਾ ਨਾਲ ਕੋਈ ਮਤਬਲ ਨਹੀਂ, ਕੋਈ ਸਿਧਾਂਤ ਸਮਝਣ ਦੀ ਕੋਈ ਉਹਨਾਂ ਨੂੰ ਇੱਛਾ ਨਹੀਂ ਹੈ,
ਉਹ ਬਸ ਆਪਣੇ ਹੀ ਕੰਮਾਂ 'ਚ ਲੱਗੇ ਨੇ, ਆਪਣੀਆਂ ਆਪ ਉਧਰੀਆਂ ਹੀ ਕਰਦੇ। ਕਹਿੰਦੇ ਮੇਰੇ ਮਨ ਦੀ ਮਰਜ਼ੀ, ਮੈਂ ਤਾਂ ਇਦਾਂ ਹੀ ਕਰੂੰ। ਕਹਿੰਦੇ ਵੀ ਮੇਰਾ ਕੰਮ ਹੈ, ਮੈਂ ਤਾਂ ਕਰਨਾ ਹੀ ਕਰਨਾ। ਉਹ ਮਨਮੁਖ ਜਿਹੜੇ ਨੇ ਮਨਮੁਖ ਸਦਾ ਬੱਗ ਮੈਲਾ। ਮਨਮੁਖ ਪੁਰਖ ਬਗਲੇ ਦੀ ਨਿਆਈ ਹੈ, ਤੇ ਬਗਲੇ ਦੀ ਨਿਆਈ ਹੈ, ਤੇ ਇਸ ਕਰਕੇ ਮੈਲਾ ਹੈ, ਕਿਉਂਕਿ ਰਾਗ ਤੇ ਦਵੈਸ਼ ਦੀ ਉਹਨਾਂ ਨੂੰ ਸਦਾ ਹੀ ਮੈਲ ਲੱਗੀ ਰਹਿੰਦੀ ਹੈ। ਹਉਮੈ ਮਲ ਲਾਈ ਆਓ ਉਲਟੀ ਕਹਿੰਦੇ ਵੀ ਹਉਮੈ ਹੰਗਤਾ ਮਮਤਾ ਦੀ ਹੋਰ ਮੈਲ ਲਾਈ ਹੈ। ਇੱਕ ਤਾਂ ਪਖੰਡ ਕਰਦੇ ਆ, ਦੂਸਰਾ ਪਾਪ ਕਰਦੇ ਆ, ਤੀਸਰਾ ਕਹਿੰਦੇ ਵੀ ਸਾਡੇ ਵਰਗਾ ਕੋਈ ਹੈ ਹੀ ਨਹੀਂ, ਸਾਡੇ ਸਦਰ ਸਾਡੇ ਬਰਾਬਰ। ਇਸ ਕਰਕੇ ਮਨਮੁਖਾਂ ਨੂੰ ਮਹਾਰਾਜ ਸਾਹਿਬ ਜੀ ਨੇ ਬਗਲਾ ਕਿਹਾ ਹੈ। ਬਗਲਾ ਜਿਹੜਾ ਹੈ ਨਾ, ਕੀ ਕਰਦਾ, ਇਹ ਬਗਲੇ ਵਰਗਾ ਕਹਿੰਦੇ ਵੀ ਕੋਈ ਪਖੰਡੀ ਹੋ ਹੀ ਨਹੀਂ ਸਕਦਾ। ਤਾਂ ਹੀ ਉਹ 10ਵੇਂ ਪਾਤਸ਼ਾਹ ਨੇ ਵੀ ਬਗਲੇ ਦੀ ਜਿਹੜੀ ਉਦਾਹਰਨ ਦੇ ਕੇ ਤੇ ਜਿਹੜੇ ਸਵੇਰੇ ਸਵਈਏ ਪੜ੍ਹਦੇ ਆ ਉੱਥੇ ਸਮਝਾਇਆ ਹੈ ਮਹਾਰਾਜ ਸਾਹਿਬ ਨੇ ਵੀ ਪਖੰਡੀ ਜਿਹੜੇ ਨੇ ਉਹ ਬਗਲੇ ਦੀ ਨਿਆਈ ਨੇ। ਕਰਦਾ ਕੀ ਹੈ ਵੀ ਪਾਣੀ 'ਚ ਭਾਵੇਂ ਸਮੁੰਦਰ ਜਾਂ ਕਿਤੇ ਨਦੀ ਦੇ ਕਿਨਾਰੇ ਥੋੜ੍ਹਾ ਜਿਹਾ ਪਾਣੀ ਦੇ ਵਿੱਚ ਆ ਜਾਂਦਾ, ਇੱਕ ਲੱਤ ਤਾਂ ਚੁੱਕ ਲੈਂਦਾ ਏ, ਇੱਕ ਤੇ ਖਲੋਂਦਾ ਇੱਕ ਪੈਰ ਤੇ, ਫਿਰ ਅੱਖਾਂ ਜਿਹੜੀਆਂ ਮੀਟ ਕੇ ਤੇ ਸੂਖਮ ਜਿਹਾ ਧਿਆਨ ਲਾ ਲੈਂਦਾ ਹੈ। ਜਦੋਂ ਹੀ ਕੋਈ ਡੱਡ ਮੱਛ ਨੇੜੇ ਆਇਆ ਉਸੇ ਵੇਲੇ ਝਪਟਾ ਮਾਰ ਕੇ ਉਹਦੇ ਤੇ ਟੁੱਟ ਕੇ ਪੈ ਜਾਂਦਾ। ਉਹ ਸਮਝਦਾ ਵੀ ਇਹਦੀ ਸਮਾਧੀ ਲੱਗੀ ਹੈ, ਪਰ ਡੱਡੀ ਮੱਛੀ ਵੇਖੀ ਨਹੀਂ ਤੇ ਉਸੇ ਵੇਲੇ ਉੱਤੇ ਡਿੱਗ ਪਿਆ। ਇਹਦੀ ਉਦਾਹਰਨ ਮਨਮੁਖ ਨੇ ਤਾਂ ਦਿੱਤੀ ਹੈ ਵੀ ਵੇਖਣ ਨੂੰ ਇਹ ਬਾਹਰੋਂ ਐਨ ਬਗਲੇ ਵਾਂਗ ਚਿੱਟੇ ਵੀ ਬਣੇ ਹੁੰਦੇ ਆ, ਵੀ ਸਾਡੇ ਵਰਗਾ ਤੇ ਵੀ ਕੋਈ ਸਾਫ ਸੁਥਰਾ ਹੀ ਨਹੀਂ ਹੈ। ਅਸੀਂ ਤਾਂ ਬਹੁਤ ਹੀ ਕਹਿੰਦੇ ਵੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਨਾ ਕਿ ਗੱਲੀ ਅਸੀਂ ਚੰਗੀਆਂ ਆਚਾਰੀ ਹੀ ਬੁਰੀਆ, ਮਨੋ ਕਸੁੱਧਾ ਕਾਲੀਆ ਬਾਹਰ ਚਿਟਵੜੀਆ। ਕਹਿੰਦੇ ਬਾਹਰੋਂ ਐਨ ਚਿੱਟੇ ਸਾਫ ਸੁਥਰੇ, ਕਹਿੰਦੇ ਇਹਦੇ ਵਰਗਾ ਗੁਰਮੁਖ, ਇਹਦੇ ਵਰਗਾ ਸੰਤ ਹੋਣਾ ਹੀ ਕੋਈ ਨਹੀਂ। ਇਹ ਬੜੀ ਸਮਾਧੀ ਲਾਉਂਦਾ, ਅੱਖਾਂ ਮੀਟਦਾ, ਜਦੋਂ ਹੀ ਵੇਖਦਾ ਹੈ ਮੌਕਾ, ਕਹਿੰਦੇ ਉਸੇ ਵੇਲੇ ਜਿਹੜੀ ਚੀਜ਼ ਦਾ ਵੇ ਲੁੱਟ ਮਾਰ ਕਰਕੇ ਲੈ ਜਾਂਦਾ। ਮਾਇਆ ਵੱਲ ਧਿਆਨ ਹੈ, ਡੱਡ ਮੱਛ ਜੋ ਆ ਗਿਆ ਉਹੀ ਹਜਮ ਹੈ। ਅਸੰਖ ਮਲੇਸ਼ ਮਲ ਭਖ ਖਾਹੇ ਉਹ ਅਵਸਥਾ ਹੈ। ਪਰ ਕਹਾਉਂਦੇ ਆ ਵੀ ਅਸੀਂ ਬਹੁਤ ਚਿੱਟੇ ਹਾਂ। ਮਨਮੁਖ ਸਦਾ ਬੱਗ ਮੈਲਾ ਹਉਮੈ ਮਲ ਲਾਈ। ਮਨਮੁਖ ਮਹਾਰਾਜ ਕਹਿੰਦੇ ਵੀ ਇੱਕ ਤਾਂ ਉਹ ਪਖੰਡੀ ਨੇ, ਦੂਜਾ ਪਾਪ ਕਰਦੇ ਨੇ, ਤੇ ਤੀਸਰਾ ਹਉਮੈ ਕਰਦੇ ਆ ਵੀ ਸਾਡੇ ਵਰਗਾ ਕੋਈ ਨਹੀਂ, ਸਾਡੇ ਬਰਾਬਰ ਕੌਣ ਹੈ। ਆਪਣੇ ਆਪ ਨੂੰ ਵੱਡਾ ਹੀ ਸਮਝਦੇ ਹਨ। ਇਸ਼ਨਾਨ ਕਰੇ ਪਰ ਮੈਲ ਨਾ ਜਾਏ। ਉਹ ਵੀ ਜਾਂਦੇ ਨੇ ਤੀਰਥਾਂ ਤੇ ਵੀ ਨਹਾਉਂਦੇ ਨੇ, ਚੁੰਬੀਆਂ ਲਾਉਂਦੇ ਨੇ, ਇਸ਼ਨਾਨ ਕਰਦੇ ਨੇ, ਪਰ ਰਾਗ ਦਵੈਸ਼ ਦੀ, ਪਾਪਾਂ ਦੀ, ਈਰਖਾ ਦੀ ਮੈਲ ਮਨਮੁਖਾਂ ਦੇ ਅੰਦਰੋਂ ਨਹੀਂ ਜਾਂਦੀ। ਜਾਂ ਸੰਗਤ ਰੂਪੀ ਸਰੋਵਰ 'ਚ ਇਸ਼ਨਾਨ ਉਹ ਵੀ ਕਰਦੇ ਨੇ, ਮੱਥਾ ਇੱਥੇ ਉਹ ਵੀ ਟੇਕ ਜਾਂਦੇ ਨੇ, ਉਹ ਵੀ ਬਹਿ ਜਾਂਦੇ ਨੇ ਕੁਝ ਸਮਾਂ, ਪਰ ਫਿਰ ਮਨਿਆਈਆਂ ਕਰਦੇ ਨੇ। ਇਸ ਕਰਕੇ ਮੈਲ ਨਹੀਂ ਜਾਂਦੀ ਅੰਦਰੋਂ। ਜੀਵਤ ਮਰੈ ਗੁਰ ਸ਼ਬਦ ਵਿਚਾਰੇ। ਸਿਹਾਰੀ ਹੋਵੇ ਤੇ ਵਿਚਾਰੇ, ਬਿਹਾਰੀ ਹੈ ਵਿਚਾਰ ਹੈ। ਕਹਿੰਦੇ ਜੀਵਤ ਮਰੈ ਗੁਰ ਸ਼ਬਦ ਵਿਚਾਰ ਹੈ। ਕਹਿੰਦੇ ਵੀ ਜੀਵਤ ਭਾਵ ਤੋਂ ਉਹ ਮਰ ਜਾਂਦਾ ਹੈ, ਜਿਉਂਦਿਆਂ ਹੀ ਉਹਦੇ ਝਗੜੇ ਝਾਂਵੇ ਮੁੱਕ ਜਾਂਦੇ ਹਨ। ਉਹ ਸੰਸਾਰ ਦੇ ਵੱਲੋਂ ਕਹਿੰਦੇ ਵੀ ਮਰ ਜਾਂਦਾ ਹੈ ਤੇ ਪਰਮੇਸ਼ਰ ਵਾਲੇ ਪਾਸੇ ਜੀਵਤ ਹੋ ਜਾਂਦਾ ਹੈ। ਜਾਂ ਜੀਵਤ ਭਾਵ ਤੋਂ ਮਰ ਜਾਂਦਾ ਹੈ ਕੌਣ? ਗੁਰ ਸ਼ਬਦ ਵਿਚਾਰ ਹੈ, ਜਿਹੜਾ ਗੁਰੂ ਦੇ ਸ਼ਬਦ ਹੀ ਵਿਚਾਰ ਕਰਦਾ। ਗੁਰ ਸ਼ਬਦ ਦੀ ਜੋ ਵਿਚਾਰ ਕਰਦਾ ਹੈ ਉਹ ਜੀਵਤ ਭਾਵ ਤੋਂ ਮਰਦਾ, ਹਉਮੈ ਤੋਂ ਮਰ ਜਾਂਦਾ ਏ। ਕਿਉਂਕਿ ਉਹਦੇ ਅੰਦਰ ਜਿਹੜੀ ਹਉਮੈ ਹੰਗਤਾ ਸੀ ਤੇ ਰਾਗ ਦੁਆਇਸ਼ ਦੀ ਮੈਲ ਸੀ, ਉਹ ਗੁਰੂ ਦੇ ਸ਼ਬਦ ਨੇ ਚੁਕਾਵਣਿਆ, ਚੁਕਾ ਦਿੱਤੀ। ਭਾਵ ਸਤਿਗੁਰੂ ਜੀ ਆਪ ਦੂਰ ਕਰ ਦਿੰਦੇ ਨੇ। ਤੂੰ ਗੁਰ ਸਿੱਖਾ, ਗੁਰ ਸ਼ਬਦ ਦੀ ਕਮਾਈ ਕਰ, ਗੁਰੂ ਆਪ ਤੈਨੂੰ ਸ਼ੁੱਧ ਕਰੇਗਾ। ਰਤਨ ਪਦਾਰਥ ਘਰ ਤੈ ਪਾਇਆ। ਆਹ ਰਤਨ ਕੀ ਹੈ? ਰਤਨ ਪਦਾਰਥ ਹੈ ਪਰਮੇਸ਼ਰ ਦਾ ਨਾਮ। ਉਹਨਾਂ ਨੇ ਰਤਨ ਪਦਾਰਥ, ਨਾਮ ਰੂਪੀ ਰਤਨ ਜਿਹੜਾ ਪਦਾਰਥ ਹੈ ਘਰ ਤੇ ਪਾਇਆ, ਸਾਧ ਸੰਗਤ ਰੂਪੀ ਘਰ ਦੇ ਵਿੱਚੋਂ ਹੀ ਪਾਇਆ, ਪ੍ਰਾਪਤ ਕਰ ਲਿਆ ਹੈ। ਜਾਂ ਜੋ ਆਤਮਕ ਆਨੰਦ ਰੂਪੀ ਬ੍ਰਹਮਾਨੰਦ ਰੂਪੀ ਰਤਨ ਪਦਾਰਥ ਸੀ, ਉਹਨਾਂ ਨੇ ਆਪਣੇ ਅੰਤःਕਰਨ ਰੂਪੀ ਘਰ ਦੇ ਵਿੱਚੋਂ ਹੀ ਪ੍ਰਾਪਤ ਕਰਕੇ ਨਿਹਾਲ ਹੋ ਗਏ ਨੇ।
ਸਤਿਗੁਰ ਸ਼ਬਦ ਸੁਣਾਇਆ। ਆ ਪੂਰਾ ਸਤਿਗੁਰ, ਪੂਰਨ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਜਿਨ੍ਹਾਂ ਨੂੰ ਆਪਣਾ ਸ਼ਬਦ, ਆਪਣਾ ਉਪਦੇਸ਼, ਆਪਣੀ ਸਿੱਖਿਆ ਸੁਣਾ ਦਿੱਤੀ ਹੈ ਨਾ, ਭਾਵ ਜਿਨ੍ਹਾਂ ਨੂੰ ਗੁਰਾਂ ਦੀ ਸਿੱਖਿਆ ਸੁਣ ਆਈ ਹੈ, ਜਿਨ੍ਹਾਂ ਨੇ ਕੰਨਾਂ ਦੇ ਰਾਹੀਂ ਗੁਰਾਂ ਦਾ ਉਪਦੇਸ਼ ਸੁਣ ਕੇ ਹਿਰਦੇ 'ਚ ਵਸਾ ਲਿਆ, ਉਹਨਾਂ ਨੂੰ ਸਾਰਾ ਕੁਝ ਅੰਦਰੋਂ ਹੀ ਲੱਭ ਗਿਆ। ਨਾਮ ਪਦਾਰਥ, ਬ੍ਰਹਮ ਪਦਾਰਥ ਵਾਹਿਗੁਰੂ ਮਿਲ ਗਿਆ। ਗੁਰ ਪ੍ਰਸਾਦ ਮਿਟਿਆ ਅੰਧਿਆਰਾ। ਗੁਰੂ ਮਹਾਰਾਜ ਦੀ ਕਿਰਪਾ ਦਾ ਸਦਕਾ ਉਹਨਾਂ ਦੇ ਅੰਦਰੋਂ ਜੋ ਅਗਿਆਨਤਾ ਦਾ ਹਨੇਰਾ ਸੀ, ਅੰਦਰ ਅਗਿਆਨਤਾ ਦਾ ਹਨੇਰਾ ਮਿਟ ਗਿਆ ਹੈ। ਚਾਨਣ ਆਪ ਪਛਾਨਣਿਆ। ਆ ਕਿਵੇਂ ਮਿਟਿਆ? ਕਹਿੰਦੇ ਘਟ ਚਾਨਣ ਆਪ ਪਛਾਨਣਿਆ। ਘਟ ਹਿਰਦੇ ਦੇ ਵਿੱਚ ਜਦੋਂ ਬ੍ਰਹਮ ਗਿਆਨ ਦਾ ਚਾਨਣ ਹੋਇਆ, ਬ੍ਰਹਮ ਗਿਆਨ ਦੇ ਚਾਨਣ ਕਰਕੇ ਆਪ ਪਛਾਨਣਿਆ, ਉਹਨਾਂ ਨੇ ਆਪਣੇ ਸਰੂਪ ਨੂੰ ਪਛਾਣ ਲਿਆ ਹੈ। ਉਹਨਾਂ ਨੂੰ ਸੋਝੀ ਆ ਗਈ ਹੈ ਵੀ ਵਾਹਿਗੁਰੂ ਦੀ ਅੰਸ਼ ਹੈ ਮੈਂ। ਸਾਧ ਸੰਗਤ, ਅਗਿਆਨਤਾ ਦਾ ਹਨੇਰਾ ਤੇ ਇੱਕ ਰਾਤ ਦਾ ਹਨੇਰਾ ਹੈ। ਇਹਨਾਂ ਦੋਵਾਂ ਦੇ ਵਿੱਚੋਂ ਅਗਿਆਨਤਾ ਜ਼ਿਆਦਾ ਖਤਰਨਾਕ ਹੈ। ਜਦੋਂ ਰਾਤ ਹਨੇਰਾ ਹੋਵੇ ਨਾ, ਕਿਤੇ ਕੋਈ ਲਾਈਟ, ਥੋੜ੍ਹਾ ਜਿਹਾ ਵੀ ਚਾਨਣ ਨਾ ਹੋਵੇ, ਪਰ ਬੰਦੇ ਨੂੰ ਆਪਣੇ ਸਰੀਰ ਦੀ ਸੋਝੀ ਰਹਿੰਦੀ ਹੈ। ਉਹਨੂੰ ਪਤਾ ਹੁੰਦਾ ਹੈ ਵੀ ਆਹ ਮੇਰੇ ਹੱਥ ਪੈਰ ਹੈ, ਆਹ ਮੇਰਾ ਸਰੀਰ ਹੈ। ਪਰ ਜਿਹੜਾ ਅਗਿਆਨਤਾ ਦਾ ਹਨੇਰਾ ਹੈ, ਇਹ ਆਪਣੇ ਸਰੂਪ ਦੀ ਹੀ ਸੋਝੀ ਭੁਲਾ ਦਿੰਦਾ ਹੈ। ਬੰਦੇ ਨੂੰ ਪਤਾ ਹੀ ਨਹੀਂ ਵੀ ਮੈਂ ਕੌਣ ਹਾਂ। ਅਗਿਆਨਤਾ ਦਾ ਹਨੇਰਾ ਜਿਹਨੂੰ ਪਿਆ ਹੋਵੇ, ਅਗਿਆਨਤਾ ਕਰਕੇ ਇਹਨੂੰ ਸਮਝ ਹੀ ਨਹੀਂ ਆਉਂਦੀ ਵੀ ਮਨ ਤੂੰ ਜੋਤ ਸਰੂਪ ਹੈ। ਇਹ ਗੱਲ ਭੁੱਲ ਜਾਂਦਾ ਹੈ। ਜਿਨ੍ਹਾਂ ਦੇ ਗੁਰਾਂ ਦੀ ਕਿਰਪਾ ਹੋਈ ਆ, ਉਹਨਾਂ ਦਾ ਅਗਿਆਨਤਾ ਦਾ ਹਨੇਰਾ ਮਿਟ ਗਿਆ, ਉਹਨਾਂ ਦੀ ਬੇਸਮਝੀ ਦੂਰ ਹੋ ਗਈ ਹੈ। ਜਿਨ੍ਹਾਂ ਦੀ ਬੇਸਮਝੀ ਦੂਰ ਹੋਈ ਹੈ, ਹੋਈ ਕਿਵੇਂ ਆ? ਘਟ ਚਾਨਣ। ਅੰਦਰ ਜਦੋਂ ਗਿਆਨ ਦਾ ਚਾਨਣ ਹੋਇਆ, ਆਪ ਪਛਾਨਣਿਆ, ਆਪਣੇ ਸਰੂਪ ਦੀ ਪਛਾਣ ਕਰ ਲਈ ਵੀ ਮਨ ਤੂੰ ਜੋਤ ਸਰੂਪ ਹੈ। ਇਹ ਮਨਾ, ਤੂੰ ਦਾ ਰੱਬ ਦਾ ਰੂਪ ਹੈ, ਉਸ ਵਾਹਿਗੁਰੂ ਦੀ ਅੰਸ਼ ਹੈ। ਕਿਹੜੇ ਕੰਮਾਂ ਦੇ ਵਿੱਚ ਪਿਆ ਹੈ? ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਇਹ ਗੱਲ ਦੀ ਫਿਰ ਸੋਝੀ ਆ ਜਾਂਦੀ ਹੈ। ਪ੍ਰਾਣੀ ਤੂੰ ਆਇਆ, ਲਾਹਾ ਲੈਣ ਲੱਗਾ, ਕਿਤ ਕੁਫੱਕੜੇ ਸਭ ਮੁਕਦੀ ਚੱਲੀ ਰੈਣ। ਇਹ ਗੱਲ ਨੂੰ ਪਛਾਣ ਲੈਂਦੇ ਨੇ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਇਸ ਗੱਲ ਦੀ ਫਿਰ ਸੋਝੀ ਆ ਜਾਂਦੀ ਜਦੋਂ ਗਿਆਨ ਦਾ ਅੰਦਰ ਚਾਨਣ ਹੁੰਦਾ ਏ। ਮਹਾਰਾਜ ਕਹਿੰਦੇ ਵੀ ਆਪ ਹੀ ਸਭ ਜੀਆਂ ਨੂੰ ਪਰਮੇਸ਼ਰ ਉਪਾਏ ਪੈਦਾ ਕਰਦਾ ਹੈ ਅਤੇ ਆਪ ਹੀ ਸਾਰਿਆਂ ਦੇ ਫਿਰ ਮੰਦੇ ਚੰਗੇ ਕਰਮ ਵੇਖਦਾ, ਨਿਗਾਹ ਰੱਖਦਾ ਹੈ। ਕਿਉਂਕਿ ਕਰਮਾਂ ਵਿੱਚ ਸੁਤੰਤਰਤਾ ਦਿੱਤੀ ਹੈ। ਜਿਵੇਂ ਕਈ ਬੜਾ ਸ਼ੰਕਾ ਜਿਹਾ ਕਰਦੇ, ਮੁਹੰਮਦ ਸਾਹਿਬ ਕੋਲੋਂ ਕਿਸੇ ਨੇ ਸ਼ੰਕਾ ਕਰਕੇ ਕਰਾਂ ਸਵਾਲ ਕੀਤਾ ਵੀ ਤੁਸੀਂ ਕਹਿੰਦੇ ਹੋ ਵੀ ਜਿਹੜੇ ਚੰਗੇ ਮੰਦੇ ਕਰਮ ਹਨ, ਇਹਨਾਂ ਦਾ ਖੁਦਾ ਨੂੰ ਲੇਖਾ ਦੇਣਾ ਪੈਣਾ ਹੈ, ਅਤੇ ਨਾਲ ਇਹ ਵੀ ਕਹਿੰਦੇ ਹੋ ਵੀ ਜਿਹੜਾ ਜੀਵ ਹੈ ਉਹਨੂੰ ਪੈਦਾ ਖੁਦਾ ਹੀ ਕਰਦਾ ਹੈ। ਜਦੋਂ ਸਾਰਾ ਕੁਝ ਉਹ ਆਪ ਕਰਦਾ, ਫਿਰ ਲੇਖਾ ਕਿਉਂ? ਤਾਂ ਉਸ ਵੇਲੇ ਮੁਹੰਮਦ ਸਾਹਿਬ ਕਹਿੰਦੇ ਵੀ ਇਉਂ ਕਰ ਵੀ ਇੱਕ ਲੱਤ ਜਿਹੜੀ ਹੈ ਆਪਣੀ ਤਾਂ ਚੁੱਕ ਲੈ। ਉਹਨੇ ਤਾਂ ਚੁੱਕ ਲਈ, ਇੱਕ ਪੈਰ 'ਤੇ ਖਲੋ ਗਿਆ। ਹੁਣ ਕਹਿੰਦੇ ਵੀ ਦੂਸਰੀ ਵੀ ਚੁੱਕ ਲੈ। ਉਹ ਕਹਿੰਦਾ ਜੀ ਮੁਹੰਮਦ ਸਾਹਿਬ ਜੀ, ਇਹ ਠੀਕ ਹੈ ਵੀ ਤੁਸੀਂ ਸਾਡੇ ਤੋਂ ਵੱਡੇ ਹੋ, ਪਰ ਸਾਡਾ ਮਖੌਲ ਉਡਾਉਂਦੇ ਹੋ। ਦੋਵੇਂ ਲੱਤਾਂ ਚੁੱਕ ਕੇ ਮੈਂ ਕਿਵੇਂ ਖਲੋ ਸਕਦਾ? ਕਹਿੰਦੇ ਬਸ ਇੱਕ ਲੱਤ ਚੁੱਕਣੀ ਤੇਰੇ ਵੱਸ ਸੀ, ਪਰ ਦੂਸਰੀ ਜਿਹੜੀ ਲੱਤ ਚੁੱਕਣੀ ਉਹ ਤੇਰੇ ਵੱਸ ਨਹੀਂ। ਤੈਨੂੰ ਇੱਕ ਲੱਤ 'ਤੇ ਖਲੋਣਾ ਪਊ। ਇਸੇ ਤਰ੍ਹਾਂ ਪਰਮੇਸ਼ਰ ਵੱਲੋਂ ਕਰਮ ਕਰਨ ਦੀ ਸੁਤੰਤਰਤਾ ਹੈ ਤੈਨੂੰ। ਜਿਵੇਂ ਇੱਕ ਲੱਤ ਚੁੱਕੀ ਹੈ ਨਾ, ਐਵੇਂ ਕਰਮ ਕਰਨ ਦੀ ਤੈਨੂੰ ਸੁਤੰਤਰਤਾ ਹੈ, ਪਰ ਰਹਿਣਾ ਉਹਦੇ ਹੁਕਮ ਵਿੱਚ ਹੀ ਪਵੇਗਾ। ਜਿਵੇਂ ਦੋਵੇਂ ਲੱਤਾਂ ਚੁੱਕ ਕੇ ਕੋਈ ਖਲੋ ਨਹੀਂ ਸਕਦਾ, ਇਸੇ ਤਰ੍ਹਾਂ ਕਰਮ ਜਿਹੜੇ ਨੇ, ਇਹ ਕਰਮ ਦੀ ਸੁਤੰਤਰਤਾ ਖੁਦਾ ਨੇ ਦਿੱਤੀ ਆ ਬੰਦੇ ਨੂੰ, ਪਰ ਚੱਲਣਾ ਵਾਹਿਗੁਰੂ ਦੇ ਹੁਕਮ ਵਿੱਚ ਪੈਂਦਾ ਹੈ। ਇਸ ਕਰਕੇ ਕਰਮ ਤਾਂ ਬੰਦੇ ਆਪ ਹੀ ਕਰਦੇ ਨੇ। ਇਹ ਕਹਿੰਦੇ ਖੁੱਲ੍ਹ ਦਿੱਤੀ ਹੈ ਵੀ ਹੁਣ ਸੰਗਤ ਨੂੰ ਜਾਂਦਾ ਏ ਜਾਂ ਠੇਕੇ ਨੂੰ ਜਾਂਦਾ, ਇਹ ਸਿਨੇਮਾ ਵੇਖਦਾ ਏ ਜਾਂ ਜਾ ਕੇ ਕੀਰਤਨ 'ਚ ਹਾਜ਼ਰੀ ਭਰਦਾ ਏ, ਵੀ ਇਹ ਕਿਸੇ ਨਿੰਦਕ ਦੀ ਸਭਾ ਜਾ ਕੇ ਬੈਠਦਾ ਜਾਂ ਕਦੇ ਕਥਾ ਕੀਰਤਨ ਵਾਲੇ ਬੰਨੇ ਬੈਠਦਾ। ਇਹ ਕਹਿੰਦੇ ਸੁਤੰਤਰਤਾ ਹੈ। ਅਤੇ ਫਿਰ ਆਪ ਵਾਹਿਗੁਰੂ ਵੇਖਦਾ ਹੈ। ਪਰਮੇਸ਼ਰ ਵੇਖਦਾ ਹੈ, ਪੈਦਾ ਉਹਨੇ ਕੀਤਾ ਸਾਰਿਆਂ ਨੂੰ, ਪਰ ਵੇਖਦਾ ਹੈ ਵੀ ਹੁਣ ਕਿਹੜੇ ਬੰਨੇ ਜਾਂਦਾ। ਸਾਡੇ ਕਰਮਾਂ ਕਰਤੂਤਾਂ ਦੀ ਨਿਗਰਾਨੀ ਰੱਖਦਾ ਏ।
ਜਿਹੜੇ ਸਤਿਗੁਰੂ ਸਾਹਿਬ ਦੀ ਸੇਵਾ ਕਰਦੇ ਨੇ, ਸਤਿਗੁਰਾਂ ਦੁਆਰਾ ਸਿਮਰਨ ਕਰਦੇ, ਉਹ ਜਨ ਲੇਖੇ 'ਚ ਪੈ ਜਾਂਦੇ, ਉਹ ਵਾਹਿਗੁਰੂ ਦੀ ਨਿਗਾਹ ਚੜ੍ਹ ਜਾਂਦੇ, ਉਹ ਪ੍ਰਵਾਨਗੀ 'ਚ ਨੇ ਜਿਹੜੇ ਗੁਰਾਂ ਦੀ ਸੇਵਾ ਕਰਦੇ ਹਨ। ਨਾਨਕ ਨਾਮ ਵਸੈ ਘਟ ਅੰਤ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਨਾਮ ਜਿਨ੍ਹਾਂ ਦੇ ਘਟ ਹਿਰਦੇ ਦੇ ਅੰਦਰ ਵਸ ਜਾਂਦਾ ਹੈ, ਨਾਮ ਵਸਣ ਕਰਕੇ ਉਹਨਾਂ ਦੀ ਕਲਿਆਣ ਹੋ ਜਾਂਦੀ ਹੈ। ਕਿਰਪਾ ਤੇ ਪਾਵਨ ਪਰ ਇਹ ਨਾਮ ਦੀ ਦਾਤ ਗੁਰਾਂ ਦੀ ਕਿਰਪਾ ਤੋਂ ਹੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਦੀ ਰਹਿਮਤ ਹੋਵੇ ਫੇਰ ਹੀ ਬੰਦਾ ਸਿਮਰਨ ਕਰਦਾ, ਨਹੀਂ ਤੇ ਗੱਲਾਂ ਹੀ ਨਹੀਂ ਮੁੱਕਦੀਆਂ, ਹੋਰ ਪਾਸੇ ਦੇ ਖਿਆਲ ਹੀ ਨਹੀਂ ਮੁੱਕਦੇ। ਘਰੇ ਸਿਮਰਨ ਕਰਦੇ ਨੇ ਵਿਰਲੇ, ਕਈ ਗੁਰੂ ਘਰ ਆਉਂਦੇ ਨੇ, ਉੱਥੇ ਵੀ ਸਿਮਰਨ ਨਹੀਂ ਕਰ ਸਕਦੇ, ਉਹਨਾਂ ਦੀਆਂ ਆਪਣੇ ਕੰਮ ਆਪਣੀਆਂ ਗੱਲਾਂ ਮੁੱਕਦੀਆਂ ਹੀ ਨਹੀਂ ਹੈ। ਕਈ ਤਾਂ ਮੀਟਿੰਗ ਹੀ ਗੁਰੂ ਘਰ ਰੱਖਦੇ ਵੀ ਗੁਰਦੁਆਰੇ ਆ ਜੀ, ਉੱਥੇ ਮਿਲ ਲਾਂਗੇ ਤੇ ਕਰ ਲਾਂਗੇ ਆਪਣੇ ਕੰਮ ਧੰਦੇ ਦੀ ਗੱਲ। ਸੋ ਗੁਰਾਂ ਦੀ ਕਿਰਪਾ ਹੋਵੇ, ਮਹਾਰਾਜ ਰਹਿਮਤ ਕਰਨ ਤਾਂ ਹੀ ਦਾਤ ਪਾਈ ਦੀ ਹੈ ਨਾਮ ਦੀ। ਮਹਾਰਾਜ ਦੀ ਬਖਸ਼ਿਸ਼ ਹੋਵੇ ਤੇ ਆਖੀਦਾ ਹੈ ਵਾਹਿਗੁਰੂ 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 ਨਾਮ ਦੀ ਦਾਤ ਪ੍ਰਾਪਤ ਹੋਵੇ ਜਿਨ੍ਹਾਂ ਦੇ ਮਨ ਵਿੱਚ ਨਾਮ ਵਸਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਵੀ ਉਹ ਮੁਕਤ ਨੇ, ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋ ਗਿਆ, ਜਿਨ੍ਹਾਂ ਦੇ ਘਟ ਵਿੱਚ ਨਾਮ ਵਸ ਗਿਆ, ਉਹ ਨਿਹਾਲ ਨੇ, ਪਰ ਨਾਮ ਮਿਲਦਾ ਹੈ ਗੁਰੂ ਸਾਹਿਬ ਦੇ ਰਾਹੀਂ। ਗੁਰੂ ਸਾਹਿਬ ਦੀ ਬਖਸ਼ਿਸ਼ ਹੋਵੇ ਤੇ ਨਾਮ ਦੀਆਂ ਦਾਤਾਂ ਮਿਲਦੀਆਂ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। 31 ਅਸ਼ਟਪਦੀਆਂ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਹੁਣ ਤੱਕ ਹੋਈਆਂ ਨੇ। ਇੱਕ ਅਸ਼ਟਪਦੀ ਹੋਰ ਤੀਸਰੇ ਪਾਤਸ਼ਾਹ ਦੀ ਤੇ ਇੱਕ ਚੌਥੇ ਪਾਤਸ਼ਾਹ ਦੀ ਆਵੇਗੀ। 8 ਪਦਿਆਂ ਦੀ ਬਾਣੀ ਦੀ ਫਿਰ ਸਮਾਪਤੀ ਹੈ।